ਈਵਨ ਮੇਰੀ ਹਾਲਤ ਐਵੇਂ ਸੀ ਕਿ ਮੈਂ ਇੰਟਰਨੈਸ਼ਨਲ ਪਲੇਅਰ ਹੋਣ ਦੇ ਬਾਵਜੂਦ ਇੱਥੇ ਲੋਕਾਂ ਦੇ ਭਾਂਡੇ ਤੱਕ ਮਾਂਜੇ ਆ, ਦਿਹਾੜੀਆਂ ਤੱਕ ਕੀਤੀਆਂ ਨੇ। ਦਿਨੇ ਘਰ ਦਾ ਕੰਮ ਕਰਨਾ, ਰਾਤ ਨੂੰ ਮੈਂ ਬਜਰੀ ਕੁੱਟਦੀ ਹੁੰਦੀ ਔਰ ਫਿਰ ਘਰ 'ਚ ਦੁਰਮਟਾਂ ਦੇ ਨਾਲ ਵਿਛਾਇਆ। ਇਹਨਾਂ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਘਰ ਵੀ ਜਿਹੜੀ ਅਰਜੀ ਭੇਜ ਦਿੱਤੀ ਗਈ ਆ। ਮੁੱਖ ਮੰਤਰੀ ਸਾਹਿਬ ਜੇ ਇੱਕ ਵਾਰ ਸਾਡੀ ਵੀਡੀਓ ਦੇਖ ਸਕਦੇ ਆ ਜਾਂ ਉਹਨਾਂ ਦਾ ਕੋਈ ਨਜ਼ਦੀਕੀ ਦੇਖ ਕੇ ਦਿਖਾ ਸਕਦਾ ਤਾਂ ਜ਼ਰੂਰ ਦਿਖਾਵੇ, ਕਿਉਂਕਿ ਉਸ ਦੇ ਵਿੱਚ ਅਸੀਂ ਖਬਰਾਂ ਪਹਿਲਾਂ ਦਿਖਾ ਚੁੱਕੇ ਹਾਂ ਜਿੱਥੇ ਦੇਸ਼ ਵਾਸਤੇ ਬਾਹਰਲੇ ਮੁਲਕਾਂ 'ਚੋਂ ਗੋਲਡ ਮੈਡਲ ਜਿੱਤ ਕੇ ਲਿਆ ਕੇ ਦਿੱਤਾ ਇਹਨਾਂ ਨੇ। ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅੱਖਾਂ 'ਚੋਂ ਹੰਝੂ ਸ਼ਾਇਦ ਜਿਹੜੇ ਡਿੱਗੇ ਆ ਉਹ ਵੀ ਉਹਨਾਂ ਨੂੰ ਇੱਕ ਵਾਰ ਦਿਖਾਈ ਦੇ ਜਾਣ ਕਿ ਜਿਨ੍ਹਾਂ ਧੀਆਂ ਦੇ ਸਿਰ 'ਤੇ ਹੱਥ ਰੱਖਦੇ ਆ ਅੱਜ ਉਹ ਧੀਆਂ ਉੱਥੇ ਕਾਮਯਾਬ ਹੋ ਜਾਣ। ਜੇ ਉਹਨਾਂ ਨੂੰ ਇੱਕ ਵਾਰ ਵੀ ਲੱਗੂਗਾ ਕਿ ਇਹ ਯੋਗ ਆ ਤਾਂ ਉਹੋ ਜਿਹੀ ਬਣਦੀ ਨੌਕਰੀ ਇੱਕ ਵਾਰ ਜ਼ਰੂਰ ਦੇਣ। ਜੇ ਵੀਡੀਓ ਦੇਖ ਕੇ ਵੀ ਉਹ ਆਣ ਦੇਖਿਆ ਕਰਨਗੇ ਤਾਂ ਉਹਨਾਂ ਦੀ ਮਰਜ਼ੀ ਆ, ਪਰ ਸਾਡੀ ਇੱਕ ਵਾਰ ਇਹ ਅਪੀਲ ਜ਼ਰੂਰ ਆ ਕਿ ਇਸ ਵੱਲ ਧਿਆਨ ਕੀਤਾ ਜਾਵੇ, ਜਿਹਦੇ ਨਾਲ ਇੱਕ ਬੇਸਹਾਰਾ ਕੁੜੀ ਜਿਹੜੀ ਹਮੇਸ਼ਾ ਦੇਸ਼ ਵਾਸਤੇ ਸੋਚਦੀ ਰਹੀ ਆ ਤੇ ਕਹਿੰਦੇ ਮਿੱਟੀ ਅਸੀਂ ਪੰਜਾਬ ਦੀ ਮੱਥੇ ਲਾ ਕੇ ਅੰਦਰ ਐਂਟਰ ਕਰਦੇ ਹੁੰਦੇ, ਤੇ ਅੱਜ ਉਹ ਵੀ ਇੱਕ ਵਾਰ ਦੇਖ ਲੈਣ ਵੀ ਉਹ ਮਿੱਟੀ ਦਾ ਇੱਕ ਵਾਰ ਇਸ ਨੂੰ ਮੁੱਲ ਮੁੜ ਸਕੇ। ਅੱਗੇ ਗੱਲਬਾਤ ਕਰਦੇ ਹਾਂ, ਹੋਰ ਜਾਣਦੇ ਹਾਂ। ਜਦੋਂ ਕਦੇ ਖੇਡਣ ਲਈ ਜਾਂਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ 'ਤੇ ਪੈਰ ਰੱਖਦੇ ਹੀ ਅਸੀਂ ਪਹਿਲਾਂ ਮੱਥੇ ਨੂੰ ਮਿੱਟੀ ਲਾਉਣੀ ਵੀ ਪੰਜਾਬ ਦੇ ਵਿੱਚ ਆ ਗਏ ਤੇ ਬਹੁਤ ਮਹਾਨ ਧਰਤੀ ਹੈ। ਪਰ ਉਹ ਕਹਿੰਦੇ ਹੁੰਦੇ ਆ ਜਿਉਂ-ਜਿਉਂ ਬੀਜੇ ਕਾਂਬੜੀ ਤਿਉਂ-ਤਿਉਂ ਭਾਰੀ ਹੋਏ। ਜਿਵੇਂ ਜਿਵੇਂ ਮੇਰਾ ਵਾਹ ਵਾਸਤਾ ਪਿਆ ਤੇ ਮੈਨੂੰ ਪਤਾ ਲੱਗ ਗਿਆ ਵੀ ਬਸ ਬਹੁਤ ਮਹਾਨ ਹੈ। ਮੈਂ ਲੋਕਾਂ ਦੇ ਭਾਂਡੇ ਤੱਕ ਮਾਂਜਣ ਨੂੰ ਮਜਬੂਰ ਹੋ ਗਈ, ਪਰ ਮੇਰੇ ਬੱਚੇ 2 ਰੋਟੀਆਂ ਤੋਂ ਵੀ ਤਰਸਦੇ ਹੁੰਦੇ ਸੀਗੇ। ਸੰਸਾਰ ਦਾ ਰੂਲ ਹੈ, ਬੇਟੀਆਂ ਨੂੰ ਪਹਿਲ ਦਿੰਦੇ ਆ, ਨੂੰਹਾਂ ਕਿਸੇ ਦੀਆਂ ਕੁਝ ਵੀ ਨਹੀਂ ਲੱਗਦੀਆਂ। ਸਾਨੂੰ ਹਮੇਸ਼ਾ ਹੀ ਮਾਪਿਆਂ ਦੇ ਘਰੇ ਵੀ ਬਗਾਨੀਆਂ ਸਮਝਿਆ ਗਿਆ ਤੇ ਇੱਥੇ ਵੀ ਬਗਾਨੀ ਸਮਝਿਆ ਗਿਆ। ATT ਮਿਲੀ ਸੀ ਉਹਦੇ ਲਈ, ਫਿਰ ਮੇਰਾ ਜੇ ਮੈਂ ATT ਕਰਨ ਜਾਂਦੀ ਸੀਗੀ ਤਾਂ ਮੇਰਾ ਘਰ ਸੰਭਾਲਣ ਵਾਲਾ ਕੋਈ ਨਹੀਂ ਸੀਗਾ। ਰਾਸ਼ਨ ਘਰੇ ਤਾਂ ਹੀ ਆਉਂਦਾ ਜੇ ਮੈਂ ਕਮਾਉਂਦੀ। ਮੈਂ ਜੀ ਮਾਰਸ਼ਲ ਆਰਟਸ ਦੀ ਪਲੇਅਰ ਰਹੀ ਹਾਂ, ਖਤਰਨਾਕ ਗੇਮ ਖੇਡਦੀ ਸੀ। ਸਾਰੇ ਗੋਡੇ ਗਿੱਟੇ ਤੁੜਵਾਏ ਹੋਏ ਆ, ਆਪਣੀ ਜਾਨ ਤੇ ਖੇਡ ਖੇਡ ਕੇ ਮੈਡਲ ਲੈ ਕੇ ਆਉਂਦੇ ਆ, ਪਰ ਕਦਰ ਨਹੀਂ ਕੋਈ ਪਈ। ਸਵਾਹ ਹੋ ਗਿਆ, ਤੁਹਾਡੇ ਸਾਹਮਣੇ ਸਾਰੀਆਂ ਨਿਊਜ਼ ਪਈਆਂ। ਜੀ ਬਿਲਕੁਲ, ਜਦੋਂ ਮੇਰੀ ਬੇਟੀ ਹੋਈ ਆ ਉਸ ਟਾਈਮ ਇਹ ਪ੍ਰੋਬਲਮ ਸੀ ਵੀ ਕੁੜੀ ਕਿਉਂ ਹੋ ਗਈ। ਫਿਰ ਉਹ ਕੁੜੀ ਜਿਹੜੀ ਆਈ ਸੀਗੀ ਉਹਦਾ ਸਵਾਗਤ ਹੋਇਆ ਸੀ DSP ਆਫਿਸ ਦੇ ਵਿੱਚ, ਉਹਦਾ ਸਵਾਗਤ ਕਰਿਆ ਗਿਆ ਸੀ। ਪੰਚਾਇਤ ਦੇ ਵਿੱਚ ਉਹ ਆਈ ਸੀਗੀ ਕਿ ਕਦੇ ਉਹ ਦਿਹਾੜੀਆਂ ਕਰਦੇ ਸੀ, ਕਦੇ ਉਹ ਖਲ ਵਾਲੀ ਫੈਕਟਰੀ 'ਚ ਲੱਗੇ ਹੁੰਦੇ ਸੀ। ਗਰਮ ਗਰਮ ਬੱਠਲ ਉਹਨਾਂ ਨੇ ਚੁੱਕਣੇ, ਐਡੇ ਐਡੇ ਛਾਲੇ ਹੋ ਜਾਣੇ ਹੱਥਾਂ 'ਚ ਵੀ ਸਿਰ 'ਚ ਵੀ, ਅੱਖਾਂ ਨਹੀਂ ਸੀ ਖੁੱਲ੍ਹਦੀਆਂ ਹੁੰਦੀਆਂ। ਜਿੰਨੇ ਕੁ ਜੋਗੇ ਸੀਗੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕਰਿਆ। ਮੇਰੀ ਬੇਟੀ ਨੇ 12th ਅਪੀਅਰ ਕੀਤੀ ਹੈ ਤੇ ਮੇਰੀ ਕੰਡੀਸ਼ਨ ਹੈ ਜੀ ਵੀ ਉਹਦੇ ਐਡਮਿਸ਼ਨ ਨਹੀਂ ਕਰਵਾ ਸਕਦੀ। ਮੈਂ ਟੈਨਸ਼ਨ ਲੈਂਦੀ, ਉਦੋਂ ਬੜਾ ਦਿਮਾਗ ਖਰਾਬ ਹੁੰਦਾ ਵੀ ਆਪਣੀ ਤਾਂ ਜੱਜੀ ਜ਼ਿੰਦਗੀ ਜਿਉਣੀ ਸੀ, ਜਿਉਣ ਲਈ ਕੋਈ ਨਹੀਂ ਸੀ ਸਪੋਰਟ ਕਰਨ ਵਾਲਾ। ਤੇ ਅੱਜ ਮੇਰੀ ਬੇਟੀ ਆ, ਉਹਨੂੰ ਵੀ ਇਹ ਝੱਲਣਾ ਪੈ ਰਿਹਾ। ਦਿਨ ਰਾਤ ਉਹ ਸੌਂਦੀ ਨਹੀਂ, ਉਹ ਪੜ੍ਹਨ ਵਾਲੀ ਬੱਚੀ ਆ, ਰਾਤ ਨੂੰ 1:30 ਵਜੇ ਤੱਕ ਪੜ੍ਹਦੀ ਹੁੰਦੀ ਸੀਗੀ। ਤੇ ਹੁਣ ਉਹਦੇ ਐਡਮਿਸ਼ਨ ਕਰਕੇ ਮੈਂ ਬੜੀ ਪ੍ਰੋਬਲਮ 'ਚ ਆਈ ਪਈ ਹਾਂ। ਸੋਚਦੀ ਹਾਂ ਵੀ ਕੀ ਕਰਾਂ, ਕਿਹਨੂੰ ਕਵਾਂ, ਕਿਉਂਕਿ ਮੇਰੇ ਹੱਥ ਪੱਲੇ ਤਾਂ ਕੁਛ ਨਹੀਂ। ਇਹ ਘਰ ਹੈ ਜੀ, ਇਹਦਾ ਵੀ ਕੁਛ ਮੇਰੇ ਪੱਲੇ ਨਹੀਂ ਹੈ, ਨਾ ਕੋਈ ਕਾਗਜ਼ ਹੈ, ਨਾ ਪੱਤਰ ਹੈ, ਨਾ ਕੁਛ ਹੈ ਵੀ ਜਿਹੜਾ ਬੰਦਾ ਰਜਿਸਟਰੀ ਰੱਖ ਕੇ ਹੀ ਬੱਚੇ ਦਾ ਐਡਮਿਸ਼ਨ ਕਰਾ ਦੇਵੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਅੱਜ ਇੱਕ ਸਟੋਰੀ ਦਿਖਾਵਾਂਗੇ। ਸਟੋਰੀ ਕੀ ਆ, ਇੱਕ ਕੁੜੀ ਆ ਜੋ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਜਿੱਥੇ ਸਰਕਾਰ ਨੂੰ ਜਿੱਤ ਦੇ ਤਗਮੇ ਦਿੱਤੇ, ਪਰ ਉਸ ਤੋਂ ਬਾਅਦ ਵੀ ਜੇ ਆਪਦੀ ਜ਼ਿੰਦਗੀ ਦੀ ਗੱਲ ਕਰੀਏ, ਆਪਦੀ ਜ਼ਿੰਦਗੀ ਇਹੋ ਜਿਹੀ ਸੀ ਜਿੱਥੇ ਅੱਜ ਤੱਕ ਦੁੱਖ ਹੀ ਹੰਢਾਇਆ। ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਵੀ ਨੌਕਰੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਤੇ ਸਮਾਂ ਸੀ ਜਿਹੜਾ ਉਹ ਦਿਹਾੜੀਆਂ ਕਰਕੇ ਲੰਘਾਉਣਾ ਪਿਆ। ਗ੍ਰੈਜੂਏਸ਼ਨ ਹੋਣ ਦੇ ਬਾਵਜੂਦ ਵੀ ਦਿਹਾੜੀਆਂ ਕਰਨੀਆਂ ਪਈਆਂ। ਤੇ ਆਪਾਂ ਹਮੇਸ਼ਾ ਕਹਿੰਦੇ ਆ ਕਿ ਲੜਕੀਆਂ ਹਮੇਸ਼ਾ ਲੜਕਿਆਂ ਦੇ ਬਰਾਬਰ ਆ, ਪਰ ਕਿਤੇ ਨਾ ਕਿਤੇ ਉਸ ਲੜਕੀ ਨੂੰ ਇਹ ਦੇਖਣਾ ਪਿਆ ਕਿ ਲੜਕਿਆਂ ਦੇ ਬਰਾਬਰ ਨਹੀਂ, ਕਿਉਂਕਿ ਜੇ ਲੜਕਾ ਹੋਵੇ ਹਰ ਇੱਕ ਕੰਮ ਕਰ ਸਕਦਾ, ਪਰ ਲੜਕੀ ਨੂੰ
ਇਹ ਵੀ ਨਾਲ ਸੋਚਣਾ ਪੈਂਦਾ ਕਿ ਮੈਂ ਲੜਕੀ ਹਾਂ, ਇਹ ਕੰਮ ਕਰ ਸਕੂੰਗੀ ਜਾਂ ਨਹੀਂ। ਚਾਹੇ ਉਹਦੇ ਮਨ 'ਚ ਹੋਵੇ ਮੈਂ ਕਰ ਸਕਦੀ ਹਾਂ, ਪਰ ਜਿਹੜੀਆਂ ਜ਼ਮਾਨੇ ਦੀਆਂ ਨਜ਼ਰਾਂ ਹੁੰਦੀਆਂ ਕਿਤੇ ਨਾ ਕਿਤੇ ਉਹ ਉੱਥੇ ਆ ਕੇ ਦੁੱਖ ਦਿੰਦੀਆਂ ਨੇ। ਹਰੇਕ ਬੰਦੇ ਨੂੰ ਸੋਚਣਾ ਪੈਂਦਾ ਮੈਂ ਕੰਮ ਕਰਾਂ ਜਾਂ ਨਾ ਕਰਾਂ, ਜਾਂ ਮੈਂ ਕਰ ਸਕਦੀ ਹਾਂ। ਉਸੇ ਵਿਸ਼ੇ ਨੂੰ ਲੈ ਕੇ ਇੰਟਰਵਿਊ ਤੁਹਾਨੂੰ ਦਿਖਾ ਰਹੇ ਹਾਂ। ਮੀਨਾਕਸ਼ੀ ਸ਼ਰਮਾ ਨੇ ਜੋ ਸਰਦੂਲਗੜ੍ਹ ਰਹਿੰਦੇ ਆ ਇਸ ਸਮੇਂ, ਅਤੇ ਜੇ ਜ਼ਿੰਦਗੀ ਦੀ ਗੱਲ ਕਰੀਏ ਹਮੇਸ਼ਾ ਕਠਿਨਾਈਆਂ ਭਰੀ ਆ। ਉਹ ਕਠਿਨਾਈਆਂ ਤੁਹਾਨੂੰ ਦਿਖਾਵਾਂਗੇ। ਚੰਗੀ ਲੱਗੇ ਵੀਡੀਓ ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ। ਗੱਲਬਾਤ ਕਰਾਂਗੇ ਪੂਰੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ। ਮੀਨਾਕਸ਼ੀ ਵੀਰੇ ਕਹਿੰਦੇ ਮੁੰਡਾ ਤੇ ਕੁੜੀ ਸਮਾਨ ਆ, ਪਰ ਮਾਂ ਪਿਓ ਨੇ ਚਾਹੇ ਤੁਹਾਨੂੰ ਮੁੰਡਿਆਂ ਵਾਂਗ ਰੱਖਿਆ ਹੋਵੇ, ਕਿਤੇ ਨਾ ਕਿਤੇ ਆ ਕੇ ਮਹਿਸੂਸ ਹੋਇਆ ਵੀ ਹਾਂ ਮੈਂ ਮੁੰਡਾ ਨਹੀਂ, ਮੈਂ ਕੁੜੀ ਹਾਂ। ਬਿਲਕੁਲ ਵੀਰ ਜੀ, ਆਪਣੇ ਪੇਕਾ ਘਰ ਛੱਡਣ ਤੋਂ ਬਾਅਦ ਬਹੁਤ ਮਹਿਸੂਸ ਹੋਇਆ ਵੀ ਮੈਂ ਕੁੜੀ ਹਾਂ, ਬੋਝ ਹੀ ਹਾਂ ਦੁਨੀਆ ਦੇ ਉੱਤੇ, ਔਰ ਸ਼ਾਇਦ ਮੇਰਾ ਕੁਝ ਵੀ ਨਹੀਂ ਹੋ ਸਕਦਾ ਗਾ। ਮੈਂ ਆਪਣੇ ਆਪ ਨੂੰ ਖ਼ਤਮ ਹੀ ਕਰ ਲਿਆ ਸੀ। ਮੈਂ ਆਪਣੀ ਮੈਰਿਜ ਐਨਵਰਸਰੀ ਨੂੰ ਮੇਰੀ ਡੈਥ ਐਨਵਰਸਰੀ ਕਹਿੰਦੀ ਹੁੰਦੀ ਸੀਗੀ, ਕਿਉਂਕਿ ਮੈਨੂੰ ਇੱਥੇ ਆ ਕੇ ਉਹ ਮਾਨ ਸਨਮਾਨ ਨਹੀਂ ਮਿਲਿਆ ਗਾ ਜੋ ਪਿਆਰ ਮੈਨੂੰ ਆਪਣੇ ਮਾਪਿਆਂ ਦੇ ਘਰੇ ਮਿਲਿਆ। ਬਹੁਤ ਹੱਦ ਤੱਕ ਮੈਨੂੰ ਪਿੱਛੇ ਰੱਖਿਆ ਗਿਆ ਕਿ ਤੂੰ ਨੂੰਹ ਹੈ, ਬਗਾਨੀ ਕੁੜੀ ਹੈ, ਬਗਾਨੇ ਘਰੇ ਆਈ ਹੈ। ਅਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਮੈਨੂੰ ਕੁਛ ਨਹੀਂ ਮਿਲਿਆ। ਮੈਂ ਇੰਟਰਨੈਸ਼ਨਲ ਪਲੇਅਰ ਰਹੀ ਹਾਂ, ਇੰਟਰਨੈਸ਼ਨਲ ਗੋਲਡ ਮੈਡਲਿਸਟ ਹਾਂ। ਮੇਰੇ 3 ਮੈਡਲ ਹੈ ਗੋਲਡ ਇੰਟਰਨੈਸ਼ਨਲ ਦੇ ਵਿੱਚ, ਔਰ ਨੈਸ਼ਨਲ B1 ਗ੍ਰੇਡ ਹੋਲਡਰ ਹੈਗੀ ਹਾਂ ਮੈਂ ਸਪੋਰਟਸ ਯੂਥ ਵੈਲਫੇਅਰ ਡਿਪਾਰਟਮੈਂਟ ਆਫ ਚੰਡੀਗੜ੍ਹ ਦੀ ਤਰਫ ਤੋਂ। ਅਤੇ ਬੜੀ ਜਗ੍ਹਾ ਮੈਂ ਆਪਣੀਆਂ ਫਾਈਲਾਂ ਵੀ ਲਗਾਈਆਂ, ਕੋਈ ਹਰਿਆਣੇ ਦੇ ਵਿੱਚ ਨਹੀਂ ਛੱਡਿਆ। ਮੈਂ ਭੁਪਿੰਦਰ ਸਿੰਘ ਹੁੱਡਾ ਨੂੰ ਵੀ ਫਾਈਲ ਦਿੱਤੀ, ਮੈਂ ਹੋਰ ਵੀ ਬੜੇ ਮੰਤਰੀਆਂ ਨੂੰ ਫਾਈਲ ਦਿੱਤੀ, ਇੱਥੇ ਵੀ ਹਰਸਿਮਰਤ ਕੌਰ ਬਾਦਲ ਨੂੰ ਦਿੱਤੀ, ਬਾਦਲ ਸਾਹਿਬ ਨੂੰ ਦਿੱਤੀ, ਭੂੰਦੜ ਸਾਹਿਬ ਨੂੰ ਦਿੱਤੀ, DC ਕੋਲੇ ਗਈ ਮੈਂ। ਮਤਲਬ ਕੋਈ ਆਫਿਸਰ, ਕੋਈ ਮੰਤਰੀ, ਕਿਸੇ ਨੂੰ ਨਹੀਂ ਛੱਡਿਆ, ਹਰ ਇੱਕ ਨੂੰ ਮਿਲੀ। ਈਵਨ ਹੁਣ ਵੀ ਮੇਰੀ ਫਾਈਲ ਲੱਗੀ ਹੋਈ ਹੈ ਬਹੁਤ ਥਾਂ। 2009 ਦੇ ਵਿੱਚ ਮੇਰੀ ਫਾਈਲ PM ਆਫਿਸ ਦੇ ਵਿੱਚ ਲੱਗੀ, ADC ਸਾਹਿਬ ਨੇ ਲਾਈ ਸੀਗੀ। ਉਸ ਫਾਈਲ ਦੇ ਤਹਿਤ ਮੇਰੇ ਵੈਰੀਫਿਕੇਸ਼ਨ ਦੇ ਆਰਡਰ ਆ ਗਏ, ਮੇਰੀ ਵੈਰੀਫਿਕੇਸ਼ਨ ਹੋਈ। ਸਾਰੇ ਆਸ ਪੜੋਸ ਕਹਿਣ ਲੱਗੇ ਤੇਰੀ ਪੁਲਿਸ ਵੈਰੀਫਿਕੇਸ਼ਨ ਹੋਈ ਹੈ, ਪਾਰਟੀ ਦਿਓ, ਤੁਹਾਡੀ ਤਾਂ ਗੌਰਮੈਂਟ ਜੋਬ ਲੱਗ ਗਈ। ਔਰ ਅੱਜ ਮੈਂ ਉੱਥੇ ਦੀ ਉੱਥੇ ਹੀ ਆਂਗੀ, ਕੋਈ ਗੌਰਮੈਂਟ ਜੋਬ ਨਹੀਂ, ਕੁਛ ਵੀ ਨਹੀਂ ਮੇਰੇ ਕੋਲੇ। ਈਵਨ ਮੇਰੀ ਹਾਲਤ ਐਵੇਂ ਸੀ ਕਿ ਮੈਂ ਇੰਟਰਨੈਸ਼ਨਲ ਪਲੇਅਰ ਹੋਣ ਦੇ ਬਾਵਜੂਦ ਇੱਥੇ ਲੋਕਾਂ ਦੇ ਭਾਂਡੇ ਤੱਕ ਮਾਂਜੇ ਆ, ਦਿਹਾੜੀਆਂ ਤੱਕ ਕੀਤੀਆਂ ਨੇ। ਔਰ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਮੈਂ ਨਹੀਂ ਕੀਤਾ। ਮੈਂ ਸੋਚਦੀ ਸੀ ਵੀ ਕੰਮ ਕੋਈ ਵੱਡਾ ਛੋਟਾ ਨਹੀਂ ਹੈਗਾ, ਸਭ ਠੀਕ ਹੈ ਜੋ ਵੀ ਹੈ। ਬਹੁਤ ਲੋਕਾਂ ਨੇ ਮੈਨੂੰ ਕਹਿਣਾ ਵੀ ਬੇਟੇ ਅਸੀਂ ਤੇਰੀ ਮਦਦ ਕਰ ਦਿੰਦੇ ਹਾਂ। ਮੈਂ ਕਹਿੰਦੀ ਨਹੀਂ ਜੀ, ਮੈਂ ਮਦਦ ਨਹੀਂ ਲੈਣੀ ਗੀ, ਮੈਂ ਆਪਣਾ ਆਪ ਕਰਕੇ ਖਾ ਸਕਦੀ ਹਾਂਗੀ। ਟਿਊਸ਼ਨਾਂ ਵੀ ਪੜ੍ਹਾਈਆਂ ਬੱਚਿਆਂ ਨੂੰ, ਔਰ ਦਿਨੇ ਘਰ ਦਾ ਕੰਮ ਕਰਨਾ, ਰਾਤ ਨੂੰ ਮੈਂ ਬਜਰੀ ਕੁੱਟਦੀ ਹੁੰਦੀ, ਔਰ ਫਿਰ ਘਰ 'ਚ ਦੁਰਮਟਾਂ ਦੇ ਨਾਲ ਵਿਛਾਇਆ। ਫਿਰ ਹੌਲੀ ਹੌਲੀ ਆਪ ਹੀ ਥੋੜ੍ਹਾ ਬਹੁਤ ਸੈੱਟ ਕੀਤਾ, ਕਿਉਂਕਿ ਮੇਰੇ ਬੱਚੇ ਬਹੁਤ ਛੋਟੇ ਸੀਗੇ ਔਰ ਘਰ ਦੀ ਹਾਲਤ ਇੰਨੀ ਮਾੜੀ ਸੀ, ਬੱਚੇ ਨੂੰ ਮਿੱਟੀ ਤੋਂ ਇਨਫੈਕਸ਼ਨ ਸੀਗੀ, ਔਰ ਘਰੇ ਕੋਈ ਸਿਸਟਮ ਨਹੀਂ ਸੀਗਾ, ਸਾਰਾ ਕੱਚਾ ਸੀਗਾ। ਅਤੇ ਮੈਂ ਆਪ ਹੀ ਕਰ ਕਰਾ ਕੇ ਜਿਵੇਂ ਵੀ ਹੈ ਦਿਹਾੜੀ ਮੰਦਾ ਕਰਕੇ ਆਪਣਾ ਘਰ-ਬਾਰ ਥੋੜ੍ਹਾ ਬਹੁਤ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਕੁਛ ਸਮੇਂ ਬਾਅਦ ਹਾਲਤ ਇੰਨੇ ਮਾੜੇ ਹੋ ਗਏ ਵੀ ਮੇਰੇ ਘਰ ਰਾਸ਼ਨ ਤੱਕ ਨਹੀਂ ਹੁੰਦਾ ਸੀਗਾ। ਮੇਰੇ ਹਸਬੈਂਡ ਵੀ ਦਿਹਾੜੀ ਦੱਪਾ ਹੀ ਕਰਦੇ ਸੀਗੇ, ਕਦੇ ਮਿਲ ਗਿਆ ਕੰਮ, ਕਦੇ ਨਾ ਮਿਲਿਆ। ਜਿੰਨੀ ਕਿ ਉਹਨਾਂ ਦੀ ਪਹੁੰਚ ਸੀ ਮੈਨੂੰ ਸਪੋਰਟ ਕਰਦੇ ਸੀਗੇ। ਅੱਜ ਉਹਨਾਂ ਦੇ ਦਮ 'ਤੇ ਹੀ ਮੈਂ ਦੇਖੋ ਮੇਰਾ ਪਹਿਰਾਵਾ ਹੈ ਜਿਹੜਾ ਮੈਂ ਜਿੱਦਾਂ ਦਾ ਮੇਰਾ ਮਨ ਕਰਦਾ ਮੈਂ ਪਹਿਨਦੀ ਹਾਂ। ਮੇਰੇ ਹਸਬੈਂਡ ਮੈਨੂੰ ਕਦੇ ਨਹੀਂ ਰੋਕਦੇ, ਬਹੁਤ ਸਪੋਰਟ ਕਰਦੇ ਹੈ। ਵਿਆਹ ਤੋਂ 13 ਸਾਲ ਬਾਅਦ ਮੈਂ ਨਾਗਪੁਰ ਯੂਨੀਵਰਸਿਟੀ ਪੜ੍ਹ ਕੇ ਆਈ, ਉੱਥੋਂ ਮੈਂ ਯੂਨੀਵਰਸਿਟੀ ਟੌਪ ਕੀਤੀ। ਕੁੱਲ ਮਿਲਾ ਕੇ ਮੇਰੀ ਜਿਹੜੀ ਲਾਈਫ ਹੈ, ਜਿਹੜੀ ਮੇਰੀ ਸਟੋਰੀ ਹੈ, ਇਹ 'ਤੇ ਤੁਸੀਂ ਗ੍ਰੰਥ ਲਿਖ ਸਕਦੇ ਹੋਗੇ। ਇੰਨੀਆਂ ਮੁਸ਼ਕਿਲਾਂ ਮੈਂ ਝੇਲੀਆਂ ਹੋਈਆਂ ਨੇ, ਇੰਨੀਆਂ ਮੈਂ ਤਕਲੀਫਾਂ ਝੱਲੀਆਂ ਇਸ ਏਰੀਆ ਦੇ ਵਿੱਚ ਆ ਕੇ। ਜਦੋਂ ਕਦੇ ਖੇਡਣ ਲਈ ਜਾਂਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ 'ਤੇ ਪੈਰ ਰੱਖਦੇ ਹੀ ਅਸੀਂ ਪਹਿਲਾਂ ਮੱਥੇ ਨੂੰ ਮਿੱਟੀ ਲਾਉਣੀ ਵੀ ਪੰਜਾਬ ਦੇ ਵਿੱਚ ਆ ਗਏ, ਅਤੇ ਬਹੁਤ ਮਹਾਨ ਧਰਤੀ ਹੈ। ਪਰ ਉਹ ਕਹਿੰਦੇ ਹੁੰਦੇ ਆ ਜਿਉਂ-ਜਿਉਂ ਬੀਜੇ ਕਾਂਬੜੀ ਤਿਉਂ-ਤਿਉਂ ਭਾਰੀ ਹੋਏ। ਜਿਵੇਂ ਜਿਵੇਂ ਮੇਰਾ ਵਾਹ ਵਾਸਤਾ ਪਿਆ ਅਤੇ ਮੈਨੂੰ ਪਤਾ ਲੱਗ ਗਿਆ ਵੀ ਬਸ ਬਹੁਤ ਮਹਾਨ ਹੈ। ਮੈਂ ਲੋਕਾਂ ਦੇ ਭਾਂਡੇ ਤੱਕ ਮਾਂਜਣ ਨੂੰ ਮਜਬੂਰ ਹੋ ਗਈ। ਪਰ ਮੇਰੇ ਬੱਚੇ 2 ਰੋਟੀਆਂ ਤੋਂ ਵੀ ਤਰਸਦੇ ਹੁੰਦੇ ਸੀਗੇ, ਕੋਈ ਸਪੋਰਟ ਕਰਨ ਵਾਲਾ ਨਹੀਂ ਸੀਗਾ ਮੈਨੂੰ। ਤੁਸੀਂ ਇੰਟਰਨੈਸ਼ਨਲ ਖਿਲਾੜੀ ਹੋਣ ਦੇ ਬਾਵਜੂਦ ਤੁਹਾਨੂੰ ਇਹੋ ਜਿਹਾ ਕੀ ਹੋਇਆ, ਮਤਲਬ ਜਿਹੜਾ ਤੁਹਾਨੂੰ ਭਾਂਡੇ ਵੀ ਮਾਂਜਣੇ ਪੈ ਗਏ, ਦਿਹਾੜੀਆਂ ਕਰਨੇ ਪਏ, ਕੀ ਦਿੱਕਤਾਂ ਕੀ ਆਈਆਂ? ਐਕਚੁਅਲੀ ਮੈਰਿਜ ਤੋਂ ਬਾਅਦ ਮੈਂ ਸਰਦੂਲਗੜ੍ਹ ਆ ਗਈ, ਔਰ ਇੱਥੇ ਮੈਨੂੰ ਕੋਈ ਸਪੋਰਟ ਨਹੀਂ ਮਿਲੀ ਕਿਸੇ ਦੀ ਵੀ, ਕਿਸੇ ਵੀ ਤਰ੍ਹਾਂ ਦੀ, ਨਾ ਫਾਈਨੈਂਸ਼ਲੀ, ਨਾ ਹੀ ਮੈਨੂੰ ਪਿਆਰ ਮਿਲਿਆ। ਇੱਥੇ ਮੈਨੂੰ ਬਗਾਨੀ ਸਮਝਿਆ ਗਿਆ, ਕਦੇ ਵੀ ਆਪਣੀ ਬੇਟੀ ਸਮਝ ਕੇ ਮੇਰੇ ਸਿਰ 'ਤੇ ਹੱਥ ਨਹੀਂ ਰੱਖਿਆ ਗਿਆ।
ਔਰ ਅਗਰ ਮੈਨੂੰ ਥੋੜਾ ਜਿਹਾ ਮੇਰੇ 5-700 ਰੁਪਏ ਹੀ ਲੱਗਦੇ ਸੀਗੇ ਫਾਰਮ ਭਰਨ ਦੇ, ਮੇਰਾ ਬੀਏ ਦਾ ਸੈਕੰਡ ਈਅਰ ਸੀਗਾ, ਤੇ ਫੈਮਿਲੀ ਨੇ ਸਪੋਰਟ ਨਹੀਂ ਕੀਤਾ ਵੀ ਜੇ ਤੂੰ ਪੜ੍ਹਨਾ ਸੀ ਤੂੰ ਆਪਣੇ ਮਾਪਿਆਂ ਦੇ ਘਰ ਰਹਿੰਦੀ ਫਿਰ। ਤੇ ਬਸ ਇਹ ਮਾਂ ਪਿਓ ਬਹੁਤ ਗਰੀਬ ਸੀਗੇ, ਮੇਰੇ ਮਾਪਿਆਂ ਦੀ ਹੈ ਜੀ ਮਾੜੀ ਹਾਲਤ ਸੀਗੀ ਵੀ ਉਹ ਕਿਰਾਇਆ ਵੀ ਕਈ ਵਾਰੀ ਜੇ ਮੇਰੇ ਘਰੇ ਝਗੜਾ ਕਲੇਸ਼ ਹੋ ਜਾਂਦਾ ਤਾਂ ਲੋਕਾਂ ਤੋਂ ਮੰਗ ਕੇ ਆਉਣਾ ਪੈਂਦਾ ਉਹਨਾਂ ਨੂੰ। ਉਹਨਾਂ ਨੂੰ ਮੈਂ ਦੱਸਣਾ ਨਹੀਂ ਚਾਹੁੰਦੀ ਸੀ, ਮੈਂ ਕਿ ਇਹਨਾਂ ਨੂੰ ਮੈਂ ਕੀ ਦੱਸਾਂ, ਇਹ ਤਾਂ ਪਹਿਲਾਂ ਹੀ ਦੱਬੇ ਹੋਏ ਆ। ਤੇ ਇੱਥੇ ਬਸ ਠੀਕ ਹੈ ਵੀ ਜਿਵੇਂ ਵੀ ਹੈ ਸੰਸਾਰ ਦਾ ਰੂਲ ਹੈ, ਬੇਟੀਆਂ ਨੂੰ ਪਹਿਲ ਦਿੰਦੇ ਆ, ਨੂੰਹਾਂ ਕਿਸੇ ਦੀਆਂ ਕੁਝ ਵੀ ਨਹੀਂ ਲੱਗਦੀਆਂ। ਸਾਨੂੰ ਹਮੇਸ਼ਾ ਹੀ ਮਾਪਿਆਂ ਦੇ ਘਰੇ ਵੀ ਬਗਾਨੀਆਂ ਸਮਝਿਆ ਗਿਆ ਤੇ ਇੱਥੇ ਵੀ ਬਗਾਨੀ ਹੀ ਸਮਝਿਆ ਗਿਆ। ਪਤੀ ਵੱਲੋਂ ਸਪੋਰਟ ਨਹੀਂ ਸੀ ਜਾਂ ਸਹੁਰੇ ਪਰਿਵਾਰ ਵੱਲੋਂ ਸਪੋਰਟ ਨਹੀਂ ਸੀ, ਪਤੀ ਦੀ ਸਪੋਰਟ ਹੈਗੀ ਸੀ? ਹਾਂਜੀ, ਮੇਰੇ ਹਸਬੈਂਡ ਵੀ ਬੜੇ ਮਜਬੂਰ ਸੀਗੇ ਵਿਚਾਰੇ, ਉਹ ਵੀ ਆਪਣਾ ਬੜੇ ਔਖੇ ਟਾਈਮ ਪਾਸ ਕਰਦੇ ਸੀਗੇ। ਸਹੁਰੇ ਪਰਿਵਾਰ ਵੱਲੋਂ ਮੈਨੂੰ ਕੋਈ ਸਪੋਰਟ ਨਹੀਂ ਸੀਗੀ, ਉਹਨਾਂ ਨੇ ਹਮੇਸ਼ਾ ਹੀ ਮੈਨੂੰ ਪਿੱਛੇ ਰੱਖਿਆ। ਮੇਰੀ ਈਟੀਟੀ ਦੇ ਵਿੱਚ ਸਿਲੈਕਸ਼ਨ ਹੋ ਗਈ, ਮੇਰੇ ਨਾਲ ਦੇ ਹੁਣ ਗਵਰਨਮੈਂਟ ਜੋਬ ਕਰ ਰਹੇ ਹੈਗੇ, ਤੇ DGSC ਕ੍ਰਿਸ਼ਨ ਕੁਮਾਰ ਦੇ ਅੰਡਰ ਮੈਂ ਕੰਮ ਕੀਤਾ 2 ਸਾਲ। ਮੈਂ 2007 ਤੋਂ 9 ਮੈਂ ਚੰਡੀਗੜ੍ਹ ਵੀ ਲਾ ਕੇ ਆਈ ਹਾਂ। ਈਟੀਟੀ ਮਿਲੀ ਸੀ ਉਹਦੇ ਲਈ, ਫਿਰ ਮੇਰਾ ਜੇ ਮੈਂ ਈਟੀਟੀ ਕਰਨ ਜਾਂਦੀ ਸੀਗੀ ਤਾਂ ਮੇਰਾ ਘਰ ਸੰਭਾਲਣ ਵਾਲਾ ਕੋਈ ਨਹੀਂ ਸੀਗਾ, ਰਾਸ਼ਨ ਘਰੇ ਤਾਂ ਹੀ ਆਉਂਦਾ ਜੇ ਮੈਂ ਕਮਾਉਂਦੀ, ਜੋਬ ਛੱਡਣੀ ਪੈਣੀ ਸੀਗੀ। ਫੈਮਿਲੀ ਨੇ ਨਹੀਂ ਸਪੋਰਟ ਕੀਤਾ, ਫਿਰ ਬਸ ਉਹ ਵੀ ਮੈਂ ਸਕਿਪ ਕਰਤਾ, ਕਿਉਂਕਿ ਜੇ ਕੋਈ ਸਪੋਰਟ ਮਿਲਦੀ ਤਾਂ ਮੈਂ ਈਟੀਟੀ ਕਰ ਲੈਂਦੀ ਤਾਂ ਸ਼ਾਇਦ ਮੇਰਾ ਕੁਝ ਬਣ ਜਾਂਦਾ। ਬਾਕੀ ਤੁਹਾਨੂੰ ਪਤਾ ਹੈ ਸਰ ਵੀ ਜਿੱਥੇ ਵੀ ਜਾਓ ਪੈਸਾ ਮੁੱਖ ਹੈ, ਕੋਈ ਕਿਸੇ ਦੀ ਕੋਈ ਕੁਆਲਿਟੀ ਨਹੀਂ ਦੇਖਦਾ, ਕੋਈ ਕੰਪੀਟੀਸ਼ਨ ਨਹੀਂ ਦੇਖਦਾ, ਪੈਸਾ ਸਿੱਟੋ ਤੇ ਤਮਾਸ਼ਾ ਦੇਖੋ। ਪਰ ਜਦੋਂ 골ਡ ਮੈਡਲ ਮਿਲੇ ਹੋਣੇ ਉਸ ਸਮੇਂ ਦਾ ਹਨਾ ਖਬਰਾਂ ਵੀ ਲੱਗੀਆਂ ਹੋਣੀਆਂ, ਉਸ ਸਮੇਂ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੇ ਬੰਦਾ ਕਹਿੰਦਾ ਵੀ ਹਨਾ ਜਦੋਂ ਵੀ ਇੰਟਰਨੈਸ਼ਨਲ 골ਡ ਆਇਆ ਤਾਂ ਕੁੜੀ ਨੇ ਸਾਡਾ ਨਾਂ ਉੱਚਾ ਕਰਤਾ। ਫਿਰ ਉਹ ਨਾਂ ਉੱਚਾ ਵਾਲੇ ਕਦੇ ਸਰਟੀਫਿਕੇਟ ਨਹੀਂ ਦਿਖਾਏ ਵੀ ਆਹ ਮੇਰੇ ਸਰਟੀਫਿਕੇਟ ਆ, ਜੇ ਮੈਂ ਨਾਂ ਉੱਚਾ ਕਰਿਆ ਅੱਜ ਮੈਨੂੰ ਵੀ ਥੋੜ੍ਹਾ ਜਿਹਾ ਉੱਚਾ ਕਰੋ, ਕਿਤੇ ਕੋਈ ਨੌਕਰੀ ਦੇ ਦਿਓ। ਬੜੀਆਂ ਇੰਟਰਵਿਊ ਆਈਆਂ ਜੀ, ਉਦੋਂ ਨੈਸ਼ਨਲ ਚੈਨਲ ਚੱਲਦੇ ਹੁੰਦੇ ਸੀਗੀਆਂ, ਸਾਡੀਆਂ ਲਾਈਵ ਫਾਈਟ ਵਗੈਰਾ ਚੱਲਦੀਆਂ ਹੁੰਦੀਆਂ। ਕੀ ਗੇਮ ਕਰਦੇ ਸੀ ਤੁਸੀਂ? ਮੈਂ ਜੀ ਮਾਰਸ਼ਲ ਆਰਟਸ ਦੀ ਪਲੇਅਰ ਰਹੀ ਹਾਂ, ਖਤਰਨਾਕ ਗੇਮ ਖੇਡਦੀ ਸੀ, ਸਾਰੇ ਗੋਡੇ ਗਿੱਟੇ ਤੁੜਵਾਏ ਹੋਏ ਆ, ਆਪਣੀ ਜਾਨ ਤੇ ਖੇਡ ਖੇਡ ਕੇ ਮੈਡਲ ਲੈ ਕੇ ਆਉਂਦੇ ਆ, ਪਰ ਕਦਰ ਨਹੀਂ ਕੋਈ ਪਈ, ਸਵਾਹ ਹੋ ਗਿਆ। ਤੁਹਾਡੇ ਸਾਹਮਣੇ ਸਾਰੀਆਂ ਨਿਊਜ਼ ਪਈਆਂ। ਦਿਖਾਉਣੀ ਚਾਹਾਂਗੇ ਦੋਸਤੋ ਤੁਹਾਨੂੰ ਫੋਟੋਆਂ ਵੀ ਉਸ ਸਮੇਂ ਦੀਆਂ ਤੇ ਉਸ ਸਮੇਂ ਦੀਆਂ ਤਸਵੀਰਾਂ ਵੀ। ਤੁਸੀਂ ਇੱਕ ਵਾਰ ਖਬਰਾਂ ਤੇ ਫੋਟੋਆਂ ਦਿਖਾਓ ਉਸ ਸਮੇਂ ਦੀਆਂ, ਕਿਹੜੀਆਂ ਨੇ ਜ਼ੂਮ ਕਰਕੇ ਨੇੜੇ ਆ ਕੇ ਨਾ ਸੁੱਕੀ ਇੱਕ ਵਾਰ ਨੇੜੇ ਦਿਖਾਇਓ ਆਹ ਫੋਟੋਆਂ। ਇੱਥੇ ਤੁਸੀਂ ਅੱਛਾ ਉਹ ਹੁੰਦਾ ਸੀ ਤੁਹਾਡੇ ਮਤਲਬ? ਹਾਂਜੀ, ਮੇਰੇ ਬॉयਕਟ ਹੁੰਦੀ ਸੀ, ਮੈਂ ਬਾਈਕ ਵਗੈਰਾ ਡਰਾਈਵ ਕਰਦੀ ਸੀਗੀ। ਔਰ ਇਹ ਸਪੋਰਟਸ ਦੀਆਂ ਮਹਾਰਾਣਾ ਪ੍ਰਤਾਪ ਕਾਲਜ ਡੱਬ ਵਾਲੀ ਮੈਂ ਪੜ੍ਹਦੀ ਹੁੰਦੀ ਸੀਗੀ, ਤੇ ਇਹ ਸਾਰੀਆਂ ਉੱਥੋਂ ਦੀਆਂ ਪਿਕਸ ਨੇ। ਤੇ ਅਖਬਾਰ ਦੀਆਂ ਕਟਿੰਗ ਵੀ ਹੋਣਗੀਆਂ ਫੋਟੋਆਂ ਤੋਂ ਇਲਾਵਾ? ਹਾਂਜੀ, ਇਹ ਮੇਰੀਆਂ ਨਿਊਜ਼ਪੇਪਰ ਦੀਆਂ ਕਟਿੰਗਸ ਹੈ। ਕਿਸ ਤਰ੍ਹਾਂ ਦੀਆਂ ਸੀ ਇਹ? ਜਦੋਂ ਮੇਰੀ ਪੁਲਿਸ ਵੈਰੀਫਿਕੇਸ਼ਨ ਹੋਈ ਆ 2009 ਦੇ ਵਿੱਚ, ਇਹ ਮੇਰੀ ਨਿਊਜ਼ ਲੱਗੀ ਸੀਗੀ। ਉਸ ਟਾਈਮ ਤਾਂ ਬਹੁਤ ਉਮੀਦ ਸੀਗੀ ਵੀ ਬਹੁਤ ਕੁਝ ਹੋ ਜਾਣਾ, ਪਰ ਕੀਤਾ ਕਿਸੇ ਨੇ ਕੁਝ ਵੀ ਨਹੀਂ ਜੀ। ਫਿਰ ਉਹ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਦਾ ਦਿਖਾਓ ਫੋਟੋਆਂ। ਬਣਿਆ ਕੀ ਮਤਲਬ ਜਦੋਂ ਪੁਲਿਸ ਵੈਰੀਫਿਕੇਸ਼ਨ ਹੋ ਗਈ ਨੌਕਰੀ ਮਿਲਣੀ ਸੀ, ਉਹ ਮਿਲੀ ਕਿਉਂ ਨਹੀਂ? ਬਸ ਜੀ ਪਰਮਾਤਮਾ ਹੀ ਜਾਣਦਾ ਹੈ। ਮੈਂ ਤਾਂ ਬਹੁਤ ਭੱਜੀ ਨੱਸੀ, ਬੜੀਆਂ ਆਪਣੀ ਫਾਈਲ ਫਾਈਂਡ ਆਊਟ ਕੀਤੀ, ਬਟ ਪਤਾ ਨਹੀਂ ਉਹ ਕਿਤੇ ਨਾ ਕਿਤੇ ਗਾਇਬ ਹੀ ਹੋ ਗਈ। ਆਹੀ ਮੈਂ ਤੁਹਾਨੂੰ ਚੀਜ਼ ਕਹਿੰਦਾ ਸੀ, ਇੱਕ ਵਾਰ ਦੋਸਤੋ ਆਹ ਜ਼ਰੂਰ ਦੇਖੋ, ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹਤੇ ਹੈ ਖਿਲਾੜੀ, ਸਪੈਸ਼ਲ ਲੱਗਿਆ ਹੋਇਆ। ਇਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕਰਤਾ, ਪਰ ਜਦ ਇਹਨਾਂ ਦਾ ਦੇਸ਼ ਵੱਲੋਂ ਨਾਮ ਰੋਸ਼ਨ ਹੋਣ ਦੀ ਵਾਰੀ ਆਈ ਤਾਂ ਕਹਿੰਦੇ ਕਿਸੇ ਨੇ ਬਾਂਹ ਹੀ ਨਹੀਂ ਫੜੀ। ਉਦੋਂ ਦਿਹਾੜੀਆਂ ਖੁਦ ਨੂੰ ਕਰਨੀਆਂ ਪਈਆਂ। ਪਹਿਲਾਂ ਦੱਸ ਰਹੇ ਆ ਕਹਿੰਦੇ ਦੁਰਮਟ ਘਰ ਦੇ ਵਿੱਚ ਖੁਦ ਲਾਉਂਦੇ ਰਹੇ ਆ। ਦੁਰਮਟ ਘਰ ਦੇ ਵਿੱਚ ਖੁਦ ਕਿਉਂ ਲਾਉਣਾ ਪੈ ਗਿਆ, ਕਾਰਨ ਕੀ ਸੀ? ਕਿਉਂਕਿ ਵੀਰੇ ਫਾਈਨੈਂਸ਼ਲੀ ਕਾਫੀ ਜ਼ਿਆਦਾ ਪ੍ਰੋਬਲਮ ਸੀਗੀ, ਮੇਰੀ ਇੰਨੀ ਕੰਡੀਸ਼ਨ ਖਰਾਬ ਸੀਗੀ ਵੀ ਮੇਰੇ ਬੱਚੇ ਦੀ ਜੇ ਨਿੱਪਲ ਵੀ ਟੁੱਟ ਜਾਂਦੀ ਤਾਂ ਮੈਂ ਉਹ ਵੀ ਨਹੀਂ ਲਿਆ ਸਕਦੀ ਸੀਗੀ। ਬਹੁਤ ਮਾੜੀ ਹਾਲਤ ਸੀ ਉਦੋਂ। 1 ਰੁਪਏ ਦੀ ਬਿਸਕੁਟ ਦੀ ਡੱਬੀ ਆਉਂਦੀ ਹੁੰਦੀ, ਉਹ ਵੀ ਨਹੀਂ ਸੀ ਲਿਆ ਸਕਦੀ। ਮਤਲਬ ਕੋਲੇ ਕੁਝ ਵੀ ਨਹੀਂ ਸੀਗਾ। ਬੜੇ ਲੋਕਾਂ ਦੇ ਕੱਪੜੇ ਵੀ ਸੀਤੇ, ਮੈਂ ਸਿਲਾਈ ਦਾ ਵੀ ਡਿਪਲੋਮਾ ਕੀਤਾ ਹੋਇਆ ਸਾਲ ਦਾ, ਕੁਕਿੰਗ ਦਾ ਵੀ ਕੀਤਾ। ਆਲਰਾਊਂਡਰ ਸੀ ਤੁਸੀਂ ਇਸ ਹਿਸਾਬ ਨਾਲ? ਹਾਂਜੀ ਵੀਰ ਜੀ, ਮੈਂ ਸਟਿਚਿੰਗ ਕਰਦੀ, ਉਦੋਂ 25 ਰੁਪਏ ਸਵਾਈ ਹੁੰਦੀ ਸੀ। ਰੈਡੀਮੇਡ ਟੀ-ਸ਼ਰਟਾਂ ਵਗੈਰਾ ਬਹੁਤ ਸਿਉਣੀਆਂ ਮੈਂ। ਬਸ ਉਦੋਂ ਕੋਈ ਕੁਝ ਦੇ ਕੇ ਨਹੀਂ ਸੀ ਜਾਂਦਾ ਹੁੰਦਾ। ਇਹਨੂੰ ਜਾਣਦਿਆਂ ਸੀ, ਤੇਰੇ ਸੱਸ ਨੂੰ ਜਾਣਦਿਆਂ ਸੀ, ਤੇਰੇ ਸਹੁਰੇ ਨੂੰ ਜਾਣਦਿਆਂ, ਬਸ ਜਾਣਾ ਪਹਿਚਾਣਾ ਚੁੱਕ ਕੇ ਲੈ ਜਾਂਦੇ। ਕਿਤੇ ਕੁਝ ਨਹੀਂ ਬਣਿਆ ਮੇਰਾ। ਫਿਰ ਬਸ ਹਾਰ ਕੇ ਇੱਕ ਵਾਰੀ ਮੇਰਾ ਫੈਸਲਾ ਹੋਇਆ ਸੀ, ਡੱਬ ਵਾਲੀ ਤੋਂ ਮੈਂ ਸਰਦੂਲਗੜ੍ਹ ਆਈ। ਮੇਰੀ ਬੇਟੀ ਸਭ ਤੋਂ ਪਹਿਲਾਂ DSP ਆਫਿਸ ਦੇ ਵਿੱਚ ਆਈ ਸੀਗੀ। ਮੇਰੀ ਬੇਟੀ ਦਾ ਇੱਦਾਂ ਸਵਾਗਤ ਹੋਇਆ ਸੀ, ਕਿਉਂਕਿ ਘਰ 'ਚ ਕੁੜੀ ਕਿਉਂ ਆ ਗਈ, ਸਭ ਤੋਂ ਵੱਡਾ ਪ੍ਰੋਬਲਮ ਇਹ ਸੀਗੀ। ਜਦੋਂ ਫਸਟ ਬੇਟੀ ਹੋਈ ਆ? ਜੀ ਬਿਲਕੁਲ, ਜਦੋਂ ਮੇਰੀ ਬੇਟੀ ਹੋਈ ਆ ਉਸ ਟਾਈਮ ਇਹ ਪ੍ਰੋਬਲਮ ਸੀ ਵੀ ਕੁੜੀ ਕਿਉਂ ਹੋ ਗਈ।
ਫਿਰ ਉਹ ਕੁੜੀ ਜਿਹੜੀ ਆਈ ਸੀਗੀ ਉਹਦਾ ਸਵਾਗਤ ਹੋਇਆ ਸੀ ਡੀਐਸਪੀ ਆਫਿਸ ਦੇ ਵਿੱਚ, ਉਹਨੂੰ ਉਹਦਾ ਸਵਾਗਤ ਕਰਿਆ ਗਿਆ ਸੀ। ਪੰਚਾਇਤ ਦੇ ਵਿੱਚ ਉਹ ਆਈ ਸੀਗੀ ਕਾਰਨ ਕੀ ਸੀ ਉਹ ਮਤਲਬ? ਕਿਉਂਕਿ ਗੁੜੀਆ ਆ ਗਈ ਸੀ ਜੀ ਘਰ। ਵਾੜਦੇ ਨਹੀਂ ਅਸੀਂ ਘਰੇ, ਇਹ ਕਹਿੰਦੇ ਸੀ ਵੀ ਘਰੇ ਨਹੀਂ ਆਉਣਾ ਇਹ। ਬਸ ਜੀ ਉਦੋਂ ਇਲਜ਼ਾਮ ਲਗਾਏ ਗਏ ਮੇਰੇ ਤੇ, ਮੇਰੇ ਆਪ ਹੀ ਫੈਮਿਲੀ ਛੱਡ ਕੇ ਆਈ ਮੈਨੂੰ ਮੇਰੇ ਪੇਕਿਆਂ ਦੇ ਘਰ, ਆਪ ਹੀ ਵੂਮਨ ਸੈੱਲ ਤੋਂ ਕੇਸ ਲਾਤਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਉੱਥੇ ਰਹਿ ਰਹੇ ਹੋ। ਕੇਸ ਕਰਕੇ ਮੈਨੂੰ ਇੱਥੇ ਬੁਲਾਇਆ। ਪਹਿਲੀ ਵਾਰੀ ਮੈਂ ਆਪਣੀ ਬੇਟੀ ਨੂੰ ਤਰੀਕ ਤੇ ਲੈ ਕੇ ਆਈ ਸੀਗੀ ਤੇ ਮੈਂ ਕਾਫੀ ਜਦੋਂ ਪਰੇਸ਼ਾਨ ਹੋ ਗਈ, ਮੇਰੇ ਘਰੇ ਰਾਸ਼ਨ ਵੀ ਨਹੀਂ ਸੀ ਹੁੰਦਾ, ਬੜੀ ਮਾੜੀ ਹਾਲਤ ਸੀਗੀ ਸਾਡੀ। ਤੇ ਇੱਕ ਦਿਨ ਮੈਨੂੰ ਬਹੁਤ ਗੁੱਸਾ ਆਇਆ। ਮੈਂ ਕਿਹਾ ਮੇਰੇ ਫੈਸਲੇ ਦੇ ਵਿੱਚ ਇੱਕ ਚਰਨਜੀਤ ਅੰਕਲ ਹੁੰਦੇ ਸੀਗੇ, ਉਹ ਕਹਿੰਦੇ ਪੁੱਤ ਤੈਨੂੰ ਕਦੇ ਵੀ ਪ੍ਰੋਬਲਮ ਆਵੇ ਤਾਂ ਤੂੰ ਮੈਨੂੰ ਸਾਰੇ ਜਾਣਦੇ ਆ, ਮੈਨੂੰ ਪੁੱਛੀ। ਮੈਂ ਉਹ ਅੰਕਲ ਨੂੰ ਲੱਭਦੇ ਲੱਭਦੇ ਗੁਆਂਢ 'ਚੋਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਇਸ ਨਾਮ ਦੇ ਬੰਦੇ ਨੂੰ ਜਾਣਦੇ ਹੋ? ਉਹ ਕਹਿੰਦੇ ਹਾਂਜੀ, ਉਹਨਾਂ ਦਾ ਨਾਲ ਹੀ ਘਰ ਹੈ। ਥੋੜੀ ਦੂਰ ਤੇ ਉਹਨਾਂ ਦਾ ਘਰ ਸੀ। ਮੈਂ ਚਲੀ ਗਈ। ਜਦ ਮੈਂ ਉਹਨਾਂ ਦੇ ਘਰ ਗਈ, ਮੈਂ ਸਾਰੀ ਦੱਸਿਆ ਉਹ ਸਟੋਰੀ। ਉਹਨਾਂ ਨੂੰ ਬੇਟੀ ਸੀ ਮੇਰੀ ਬੜੀ ਛੋਟੀ ਜੀ, ਤੇ ਮੈਂ ਕਿਹਾ ਜੀ ਇੰਨੀ ਮਾੜੀ ਹਾਲਤ ਹੈ ਮੇਰੀ। ਤੇ ਕੁਦਰਤੀ ਉਹ ਅੰਕਲ ਆ ਗਏ। ਉੱਥੇ ਵੀ ਮੇਰੇ ਨਾਲ ਬੜੀ ਟ੍ਰੈਜਡੀ ਜੀ ਹੋ ਗਈ। ਉਹ ਅੰਕਲ ਸਰਦਾਰ ਸੀ ਜਿਨ੍ਹਾਂ ਨੇ ਮੇਰਾ ਫੈਸਲਾ ਕਰਵਾਇਆ ਸੀ, ਜੱਟ ਫੈਮਿਲੀ 'ਚੋਂ ਬਿਲੋਂਗ ਕਰਦੇ ਸੀ। ਤੇ ਜਿਨ੍ਹਾਂ ਦੇ ਘਰ ਮੈਂ ਬੈਠੀ ਸੀ ਉਹ ਬਾਨੀਏ ਸੀਗੇ। ਮੈਂ ਕਹਿੰਦੀ ਹਾਂ ਵਾਹਿਗੁਰੂ ਉਹਨਾਂ ਦਾ ਭਲਾ ਕਰੇ। ਉਹ ਅੰਕਲ ਜੀ ਇੰਨੇ ਵਧੀਆ ਸੀਗੇ। ਉਹ ਆਏ, ਮੈਂ ਇੱਕਦਮ ਡਰ ਗਈ ਵੀ ਬਗਾਨਾ ਘਰ, ਇੰਨਾ ਵੱਡਾ ਘਰ ਹੈ ਵੀ ਮੈਂ ਕਿੱਥੇ ਆ ਕੇ ਬਹਿ ਗਈ, ਮੈਨੂੰ ਕੋਈ ਜਾਣਦਾ ਨਹੀਂ। ਉਹਨਾਂ ਨੇ ਮੇਰੇ ਸਿਰ ਤੇ ਹੱਥ ਧਰਿਆ, ਮੈਨੂੰ ਕਹਿੰਦੇ ਬੇਟੇ ਤੂੰ ਡਰਨਾ ਨਹੀਂ ਗਾ, ਰੋਣਾ ਨਹੀਂ, ਵੀ ਦੱਸ ਮੈਨੂੰ, ਤੁਸੀਂ ਪੰਡਤਾਂ ਦੀ ਕੁੜੀਆਂ, ਤੇਰੇ ਵਰਗੀਆਂ ਮੇਰੀਆਂ ਬੇਟੀਆਂ ਵੀ ਹੈ, ਨੂੰਹਾਂ ਵੀ ਹੈ, ਕੀ ਪ੍ਰੋਬਲਮ ਹੈ? ਮੈਂ ਉਹਨਾਂ ਨੂੰ ਸਾਰੀ ਪ੍ਰੋਬਲਮ ਦੱਸੀ। ਮੈਨੂੰ ਕਹਿੰਦੇ ਤੂੰ ਕੀ ਕਰ ਸਕਦੀ ਹੈ ਬੇਟੇ? ਮੈਂ ਕਿਹਾ ਸਰ ਮੈਂ ਇੰਟਰਨੈਸ਼ਨਲ ਪਲੇਅਰ ਹੈਗੀ, ਕੋਈ ਵੀ ਮੈਂ ਗੇਮ ਕਰਵਾ ਸਕਦੀ ਹਾਂ। ਮੈਂ ਆਪਣੀ ਫਾਈਲ ਲਿਆਈ। ਉਹਨਾਂ ਨੇ ਕਿਹਾ ਮੈਂ ਤੁਹਾਨੂੰ ਮੀਰਾ ਸਕੂਲ 'ਚ ਲਵਾ ਦਿਆਂ। ਮੈਂ ਕਿਹਾ ਹਾਂਜੀ ਸਰ ਕੋਈ ਪ੍ਰੋਬਲਮ ਨਹੀਂ। ਤੇ ਮੈਂ ਕਿਹਾ ਸਰ ਵੀ ਗੱਲ ਇਹ ਹੈ ਵੀ ਮੇਰੇ ਘਰ ਰਾਸ਼ਨ ਨਹੀਂ ਹੈਗਾ, ਜੇ ਮੇਰੇ ਬੱਚੇ ਮੈਂ ਕੁਝ ਖਾਊਂਗੀ ਤਾਂ ਹੀ ਮੈਂ ਆ ਪਾਊਂਗੀ, ਤੇ ਵੀ ਮੈਨੂੰ ਸੈਲਰੀ ਚਾਹੀਦੀ ਹੈ। ਉਹਨਾਂ ਨੇ ਮੈਨੂੰ ਐਡਵਾਂਸ ਸੈਲਰੀ ਦਵਾਈ ਤੇ ਬਸ ਕੰਟੀਨਿਊ ਫਿਰ ਇਸ ਤਰ੍ਹਾਂ ਹੀ ਮੇਰਾ ਸਫ਼ਰ ਬਣਦਾ ਗਿਆ। ਫਿਰ ਮੈਂ ਜਿਹੜੀ ਮੀਨਾਕਸ਼ੀ ਵਿਆਹ ਕੇ ਆਈ ਸੀ ਉਹ ਮਾਰਤੀ, ਤੇ ਫਿਰ ਮੈਂ ਇਹੀ ਮੀਨਾਕਸ਼ੀ ਜਿੰਦਾ ਕਰੀ ਜਿਹੜੀ ਮੇਰੇ ਪਾਪਾ ਦੇ ਘਰ ਵਾਲੀ ਮੀਨਾਕਸ਼ੀ ਸੀਗੀ। ਤੇ ਬਸ ਫਿਰ ਮੁੜ ਕੇ ਨਹੀਂ ਦੇਖਿਆ। ਘਰ ਦਾ ਰਾਸ਼ਨ ਪਾਣੀ ਵਧੀਆ ਚੱਲਣ ਲੱਗ ਗਿਆ। ਮਤਲਬ ਖੁਦ ਮਿਹਨਤ ਕੀਤੀ? ਹਾਂਜੀ ਬਿਲਕੁਲ। ਤੁਹਾਡੇ ਹਸਬੈਂਡ ਤਾਂ ਤੁਹਾਡੇ ਨਾਲ ਹੀ ਸੀ ਜਾਂ ਉਹ ਵੀ ਨਾਲ? ਹਾਂਜੀ ਮੇਰੇ ਹਸਬੈਂਡ ਬਿਲਕੁਲ ਮੇਰੇ ਨਾਲ ਸੀਗੇ। ਬਸ ਉਹ ਵੀ ਮਜਬੂਰ ਸੀਗੇ, ਉਹਨਾਂ ਨੂੰ ਵੀ ਕੋਈ ਸਪੋਰਟ ਨਹੀਂ ਸੀ ਕਰਦਾ। ਉਹ ਵੀ ਵਿਚਾਰੇ ਜਿੰਨੇ ਕੁ ਜੋਗੇ ਸੀਗੇ, ਕਦੇ ਉਹ ਦਿਹਾੜੀਆਂ ਕਰਦੇ ਸੀ, ਕਦੇ ਉਹ ਖਲ ਵਾਲੀ ਫੈਕਟਰੀ 'ਚ ਲੱਗੇ ਹੁੰਦੇ ਸੀ। ਗਰਮ ਗਰਮ ਬੱਠਲ ਉਹਨਾਂ ਨੇ ਚੁੱਕਣੇ, ਐਡੇ ਐਡੇ ਛਾਲੇ ਹੋ ਜਾਣੇ ਹੱਥਾਂ 'ਚ ਵੀ, ਸਿਰ 'ਚ ਵੀ, ਅੱਖਾਂ ਨਹੀਂ ਸੀ ਖੁੱਲ੍ਹਦੀਆਂ ਹੁੰਦੀਆਂ। ਜਿੰਨੇ ਕੁ ਜੋਗੇ ਸੀਗੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕਰਿਆ। ਇਹ ਸਮਾਂ ਲਗਭਗ ਜਿਵੇਂ ਤੁਸੀਂ ਗੱਲਾਂ ਦੱਸੀ ਜਾ ਰਹੇ ਹੋ ਹੁਣ, ਕਿੰਨਾ ਸਮਾਂ ਲੰਘ ਗਿਆ ਮੈਰਿਜ ਹੋਈ ਨੂੰ ਤੁਹਾਡੀ ਨੂੰ? ਕਿੰਨਾ ਸਮਾਂ ਹੋ ਗਿਆ ਹੁਣ? ਮੇਰੀ ਮੈਰਿਜ ਹੋਈ ਨੂੰ 20 ਸਾਲ ਹੋ ਗਏ ਆ ਜੀ। ਤੇ 20 ਸਾਲਾਂ ਬਾਅਦ ਅੱਜ ਕਿਵੇਂ ਹੋ ਫਿਰ, ਜਾਂ ਅੱਜ ਵੀ ਹਾਲੇ ਤਕਲੀਫਾਂ ਚੱਲ ਰਹੀਆਂ? ਅੱਜ ਵੀ ਵੀਰ ਜੀ ਹਾਲਤ ਐਵੇਂ ਦੀ ਹੈ ਵੀ ਮੇਰੀ ਬੇਟੀ ਨੇ 12th ਕਲੀਅਰ ਕੀਤੀ ਹੈ ਤੇ ਮੇਰੀ ਕੰਡੀਸ਼ਨ ਹੈ ਜੀ ਵੀ ਉਹਦੇ ਐਡਮਿਸ਼ਨ ਨਹੀਂ ਕਰਵਾ ਸਕਦੀ ਮੈਂ। ਭਾਵੁਕ ਬੰਦਾ ਹੋ ਜਾਂਦਾ, ਪਰ ਭਾਵੁਕ ਨਾ ਹੋ, ਕਿਉਂਕਿ ਪਤਾ ਕੀ ਆ, ਆਪਾਂ ਸੋਚਦੇ ਹਾਂ ਹਮੇਸ਼ਾ, ਪਰ ਮਜਬੂਰੀਆਂ ਉਹਨਾਂ ਨੂੰ ਜਿੱਤਣਾ ਪੈਂਦਾ। ਪਹਿਲਾਂ ਵੀ ਜਿੱਤੇ ਹੋ, ਖੜਿਆਰੀ ਹੋ, ਹੈ ਨਾ ਵੀਰ ਜੀ। ਬੰਦਾ ਆਪਣੀਆਂ ਸਾਰੀਆਂ ਮੁਸੀਬਤਾਂ ਝੱਲ ਲੈਂਦਾ, ਲੇਕਿਨ ਜਦੋਂ ਬੱਚਿਆਂ 'ਤੇ ਤਕਲੀਫ ਆਉਂਦੀ ਹੈ, ਮੇਰੀ ਬੱਚੀ ਇੰਨੀ ਮਾਸੂਮ ਜੀ ਹੈ, ਉਹਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। ਜਦੋਂ ਉਹ ਟੈਨਸ਼ਨ ਲੈਂਦੀ ਉਦੋਂ ਬੜਾ ਦਿਮਾਗ ਖਰਾਬ ਹੁੰਦਾ ਵੀ ਆਪਣੀ ਤਾਂ ਜੱਜੀ ਜ਼ਿੰਦਗੀ ਜਿਉਣੀ ਸੀ, ਜਿਉਣ ਲਈ ਕੋਈ ਨਹੀਂ ਸੀ ਸਪੋਰਟ ਕਰਨ ਵਾਲਾ। ਤੇ ਅੱਜ ਮੇਰੀ ਬੇਟੀ ਆ, ਉਹਨੂੰ ਵੀ ਇਹ ਝੱਲਣਾ ਪੈ ਰਿਹਾ। ਦਿਨ ਰਾਤ ਉਹ ਸੌਂਦੀ ਨਹੀਂ, ਉਹ ਪੜ੍ਹਨ ਵਾਲੀ ਬੱਚੀ ਆ, ਰਾਤ ਨੂੰ 1:30 ਵਜੇ ਤੱਕ ਪੜ੍ਹਦੀ ਹੁੰਦੀ ਸੀਗੀ। ਤੇ ਹੁਣ ਉਹਦੇ ਐਡਮਿਸ਼ਨ ਕਰਕੇ ਮੈਂ ਬੜੀ ਪ੍ਰੋਬਲਮ 'ਚ ਆਈ ਪਈ ਹਾਂ, ਸੋਚਦੀ ਹਾਂ ਵੀ ਕੀ ਕਰਾਂ, ਕਿਹਨੂੰ ਕਵਾਂ, ਕਿਉਂਕਿ ਮੇਰੇ ਹੱਥ ਪੱਲੇ ਤਾਂ ਕੁਛ ਨਹੀਂ। ਇਹ ਘਰ ਹੈ ਜੀ, ਇਹ ਵੀ, ਇਹਦਾ ਵੀ ਕੁਛ ਮੇਰੇ ਪੱਲੇ ਨਹੀਂ ਹੈ, ਨਾ ਕੋਈ ਕਾਗਜ਼ ਹੈ, ਨਾ ਪੱਤਰ ਹੈ, ਨਾ ਕੁਛ ਹੈ ਵੀ ਜਿਹੜਾ ਬੰਦਾ ਰਜਿਸਟਰੀ ਰੱਖ ਕੇ ਹੀ ਬੱਚੇ ਦਾ ਐਡਮਿਸ਼ਨ ਕਰਾ ਦੇਵੇ। ਤੇ ਉਮੀਦ ਸੀ ਇਹ ਘਰ ਕਿਉਂ ਨਹੀਂ ਪੱਲੇ? ਕੀ ਇਹ ਵੀਰ ਜੀ ਪੁਰਾਣੇ ਸਮੇਂ ਦੇ ਵਿੱਚ ਇਹਦੀ ਸਟਾਮ ਸੀਗੇ ਜਿਨ੍ਹਾਂ ਤੋਂ ਲਾਲ ਲਕੀਰ ਦੇ ਅੰਦਰ ਆਉਂਦਾ? ਨਹੀਂ ਜੀ, ਲਾਲ ਲਕੀਰ ਦੇ ਅੰਦਰ ਨਹੀਂ ਆਉਂਦਾ, ਇਹ ਸਟਾਮ ਦੇ ਉੱਤੇ ਹੀ ਖਰੀਦਿਆ ਸੀ। ਜਿਨ੍ਹਾਂ ਤੋਂ ਅਸੀਂ ਖਰੀਦਿਆ ਸੀ ਉਹਨਾਂ ਕੋਲੇ ਵੀ ਸਟਾਮ ਹੀ ਸੀਗਾ। ਇਹ ਬਸ ਨਾਲ ਗਵਾਂਢ 'ਚ ਕਿਸੇ ਦੇ ਨਾਮ ਚੜ੍ਹ ਗਈ ਰਜਿਸਟਰੀ, ਤੇ ਉਹ ਮੰਨ ਨਹੀਂ ਰਹੇਗੇ। ਤੇ ਹੁਣ ਅੱਜ ਮੇਰੇ ਪੱਲੇ ਕੁਛ ਵੀ ਨਹੀਂ। ਮੈਂ ਬੜੇ ਵਾਰੀ ਜਾ ਕੇ ਝੋਲੀਆਂ ਅੱਡੀਆਂ ਵੀ ਪਲੀਜ਼ ਮੇਰੀ ਮਦਦ ਕਰੋ, ਪਰ ਕੌਣ ਕਿਸੇ ਦੀ ਮਦਦ ਕਰਦਾ? ਅੱਜ ਕੱਲ੍ਹ ਪੈਸਾ ਹੀ ਮੁੱਖ ਹੋ ਗਿਆ। ਤੇ ਕਦੇ ਕੋਈ ਨਜ਼ਦੀਕੀ ਮੰਤਰੀ ਸ਼ੰਤਰੀ ਨਾਲ, ਲੀਡਰ ਨਾਲ, ਜਾਂ ਕਦੇ ਅਫਸਰਾਂ ਨਾਲ ਨਹੀਂ ਇਹ ਗੱਲ ਕੀਤੀ ਵੀ ਮੇਰੇ ਬਾਰੇ ਸੋਚ ਲਓ, ਮੈਂ ਤਾਂ ਬਹੁਤ ਕੁਝ ਕਰਿਆ ਦੇਸ਼ ਵਾਸਤੇ, ਮੇਰੇ ਵਾਸਤੇ ਵੀ ਕੁਝ ਕਰ ਲਿਆ? ਹਾਂਜੀ ਵੀਰੇ, ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਹੈਗੀ, ਮਹਿਲਾ ਵਿੰਗ ਦੀ। ਫਿਰ ਅੱਜ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ। ਇੱਥੇ ਵੀ ਵੀਰੇ ਮੈਂ ਫਾਈਲ ਲਗਾਈ ਹੈ, ਮੇਰੀ ਐਪਲੀਕੇਸ਼ਨ ਸਾਰਿਆਂ ਨੂੰ ਦਿੱਤੀ ਹੈ। ਮਾਨ ਸਾਹਿਬ ਦੀ ਮਦਰ ਨੂੰ ਦੇ ਕੇ ਆਈ ਹਾਂ, ਮਾਨ ਸਾਹਿਬ ਕੋਲੇ ਮੇਰੀ ਫਾਈਲ ਗਈ ਹੈ।
ਐਪਲੀਕੇਸ਼ਨ ਦਿੱਤੀ ਹੋਈ ਹੈ। ਸੀਐਮ ਆਫਿਸ 'ਚ ਮੈਂ ਦੇ ਕੇ ਆਈ ਹਾਂ। ਸਾਡੇ ਜਿਹੜੇ ਗੁਰਪ੍ਰੀਤ ਬਾਣਾ ਵਾਲੀ ਆ ਉਹਨਾਂ ਨੂੰ ਦਿੱਤੀ ਹੋਈ ਹੈ, ਬਲਜੀਤ ਕੌਰ ਨੂੰ ਦਿੱਤੀ ਹੋਈ ਹੈ, ਰਾਜਵਿੰਦਰ ਕੌਰ ਥਿਆੜਾ ਨੂੰ ਦਿੱਤੀ ਹੋਈ ਹੈ। ਮੈਂ ਕਹਿੰਦੀ ਹਾਂ ਕੋਈ ਵੀ ਬੰਦਾ ਇਹੋ ਨਹੀਂ ਹੈਗਾ ਜਿਹਦੇ ਕੋਲੇ ਮੇਰੀ ਫਾਈਲ ਨਹੀਂ ਹੈਗੀ। ਜਿੰਪਾ ਜੀ ਨੂੰ ਦਿੱਤੀ ਹੋਈ ਹੈ, ਜਿਹੜੀ ਕੈਬਨਿਟ ਮਿਨਿਸਟਰ ਹੈਗੇ ਆ। ਹਰ ਇੱਕ ਬੰਦੇ ਦੇ ਕੋਲੇ ਆ। ਦੇਖੋ ਇੱਕ ਉਮੀਦ ਹੈ, ਅੱਖਾਂ ਵੇਟ ਕਰ ਰਹੀਆਂ, ਹੱਕ ਤੇ ਸੱਚ ਤੇ ਖੜੀਆਂ, ਬੇਈਮਾਨੀ ਦਾ ਪੱਲਾ ਫੜਨਾ ਨੀਗਾ। ਜਦੋਂ ਤੱਕ ਜਿਊਂਗੀ ਐਂ ਹੀ ਜਿਊਂਗੀ। ਪਰ ਗਲਤ ਗੱਲ ਹੈ ਵੀ ਮੇਰੀਆਂ ਜਿਹੜੀਆਂ ਉਮੀਦਾਂ ਸ਼ਾਇਦ ਇੱਥੇ ਵੀ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਮੈਨੂੰ। ਦੋਸਤੋ ਪਹਿਲਾਂ ਵਿੱਚ ਮੈਂ ਟੋਕ ਕੇ ਇੱਕ ਗੱਲ ਕਰ ਰਿਹਾ। ਆਮ ਆਦਮੀ ਪਾਰਟੀ ਦੇ ਇਸ ਸਮੇਂ ਮੌਜੂਦਾ ਵਰਕਰ ਵੀ ਆ, ਇਹਨਾਂ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਘਰ ਵੀ ਜਿਹੜੀ ਅਰਜੀ ਭੇਜ ਦਿੱਤੀ ਗਈ ਆ। ਮੁੱਖ ਮੰਤਰੀ ਸਾਹਿਬ ਜੇ ਇੱਕ ਵਾਰ ਸਾਡੀ ਵੀਡੀਓ ਦੇਖ ਸਕਦੇ ਆ ਜਾਂ ਉਹਨਾਂ ਦਾ ਕੋਈ ਨਜ਼ਦੀਕੀ ਦੇਖ ਕੇ ਦਿਖਾ ਸਕਦਾ ਤਾਂ ਜ਼ਰੂਰ ਦਿਖਾਵੇ, ਕਿਉਂਕਿ ਉਸ ਦੇ ਵਿੱਚ ਅਸੀਂ ਖਬਰਾਂ ਪਹਿਲਾਂ ਦਿਖਾ ਚੁੱਕੇ ਹਾਂ ਜਿੱਥੇ ਦੇਸ਼ ਵਾਸਤੇ ਬਾਹਰਲੇ ਮੁਲਕਾਂ 'ਚੋਂ 골ਡ ਮੈਡਲ ਜਿੱਤ ਕੇ ਲਿਆ ਕੇ ਦਿੱਤਾ ਇਹਨਾਂ ਨੇ। ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅੱਖਾਂ 'ਚੋਂ ਹੰਝੂ ਸ਼ਾਇਦ ਜਿਹੜੇ ਡਿੱਗੇ ਆ ਉਹ ਵੀ ਉਹਨਾਂ ਨੂੰ ਇੱਕ ਵਾਰ ਦਿਖਾਈ ਦੇ ਜਾਣ ਕਿ ਜਿਨ੍ਹਾਂ ਧੀਆਂ ਦੇ ਸਿਰ 'ਤੇ ਹੱਥ ਰੱਖਦੇ ਆ ਅੱਜ ਉਹ ਧੀਆਂ ਉੱਥੇ ਕਾਮਯਾਬ ਹੋ ਜਾਣ। ਜੇ ਉਹਨਾਂ ਨੂੰ ਇੱਕ ਵਾਰ ਵੀ ਲੱਗੂਗਾ ਕਿ ਇਹ ਯੋਗ ਆ ਤਾਂ ਉਹੋ ਜਿਹੀ ਬਣਦੀ ਨੌਕਰੀ ਇੱਕ ਵਾਰ ਜ਼ਰੂਰ ਦੇਣ। ਜੇ ਵੀਡੀਓ ਦੇਖ ਕੇ ਵੀ ਉਹ ਆਣ ਦੇਖਿਆ ਕਰਨਗੇ ਤਾਂ ਉਹਨਾਂ ਦੀ ਮਰਜ਼ੀ ਆ, ਪਰ ਸਾਡੀ ਇੱਕ ਵਾਰ ਇਹ ਅਪੀਲ ਜ਼ਰੂਰ ਆ ਕਿ ਇਸ ਵੱਲ ਧਿਆਨ ਕੀਤਾ ਜਾਵੇ, ਜਿਹਦੇ ਨਾਲ ਇੱਕ ਬੇਸਹਾਰਾ ਕੁੜੀ ਜਿਹੜੀ ਹਮੇਸ਼ਾ ਦੇਸ਼ ਵਾਸਤੇ ਸੋਚਦੀ ਰਹੀ ਆ ਤੇ ਕਹਿੰਦੇ ਮਿੱਟੀ ਅਸੀਂ ਪੰਜਾਬ ਦੀ ਮੱਥੇ ਲਾ ਕੇ ਅੰਦਰ ਐਂਟਰ ਕਰਦੇ ਹੁੰਦੇ, ਤੇ ਅੱਜ ਉਹ ਵੀ ਇੱਕ ਵਾਰ ਦੇਖ ਲੈਣ ਵੀ ਉਹ ਮਿੱਟੀ ਦਾ ਇੱਕ ਵਾਰ ਇਸ ਨੂੰ ਮੁੱਲ ਮੁੜ ਸਕੇ। ਅੱਗੇ ਗੱਲਬਾਤ ਕਰਦੇ ਹਾਂ, ਹੋਰ ਜਾਣਦੇ ਹਾਂ। ਮੀਨਾਕਸ਼ੀ ਜੀ, ਇਸ ਤੋਂ ਇਲਾਵਾ ਗੇਮਾਂ ਵਾਲੇ ਸਮੇਂ ਜਾਂ ਗੇਮਾਂ ਵਾਲੇ ਸਮੇਂ ਤੋਂ ਬਾਅਦ ਹੀ ਦਿੱਕਤਾਂ ਆਈਆਂ, ਕਿੰਨੀਆਂ ਕੁ ਮੁਸ਼ਕਲਾਂ ਆਈਆਂ, ਕੀ ਕਹੋਗੇ? ਵੀਰੇ ਜਦੋਂ ਮਾਪਿਆਂ ਦੇ ਘਰੇ ਸੀਗੇ, ਮੈਂ 10ਵੀਂ ਤੋਂ ਬਾਅਦ ਹੀ ਜੌਬ ਕਰਨੀ ਸ਼ੁਰੂ ਕਰਤੀ ਸੀਗੀ। ਸਾਰੀ ਮੇਰੀ ਸਟੱਡੀ ਮੈਂ ਪ੍ਰਾਈਵੇਟ ਹੀ ਕੀਤੀ ਹੈ ਕਿਉਂਕਿ ਮਾਪਿਓ ਬੜੇ ਗਰੀਬ ਸੀਗੇ, ਉਹਨਾਂ ਨੂੰ ਸਹਾਰਾ ਲਾਉਣਾ ਬਹੁਤ ਜ਼ਰੂਰੀ ਸੀਗਾ। ਤੇ ਉਦੋਂ ਹੀ ਮੈਂ ਕਲਾਸਾਂ ਲਾਉਂਦੀ ਹੁੰਦੀ। ਮੈਂ 3:30 ਵਜੇ ਉੱਠਣਾ ਔਰ ਆਪਦੀ ਪ੍ਰੈਕਟਿਸ ਕਰਨੀ 4 ਤੋਂ 5, 5 ਤੋਂ 6। ਅਸੀਂ ਤਿੰਨਾਂ ਭੈਣ ਭਰਾਵਾਂ ਨੇ ਕਲਾਸਾਂ ਲਾਉਣੀਆਂ, ਆਪਣਾ ਘਰ ਵੀ ਚਲਾਉਣਾ, ਆਪਣੀ ਸਟੱਡੀ ਵੀ ਕਰਨੀ। ਤੇ ਕੁੱਲ ਮਿਲਾ ਕੇ 8ਵੀਂ ਤੋਂ ਬਾਅਦ ਹੀ ਮੈਂ ਆਪਦਾ ਖਰਚਾ ਆਪ ਹੀ ਚੁੱਕਣ ਲੱਗ ਗਈ ਸੀਗੀ। ਸਟਿਚਿੰਗ ਦਾ ਮੈਂ ਡਿਪਲੋਮਾ ਕੀਤਾ, ਸਰਕਾਰੀ ਕੁਕਿੰਗ ਦਾ ਕੀਤਾ, ਬਸ ਆਲਮੋਸਟ ਆਪਦਾ ਆਪ ਹੀ ਕਰਦੇ ਸੀ। ਸੋਚਿਆ ਸੀਗਾ ਵੀ ਫੈਮਿਲੀ ਅੱਛੀ ਹੈ, ਮੈਨੂੰ ਇੱਥੇ ਆ ਕੇ ਕੋਈ ਸਹਾਰਾ ਮਿਲੂਗਾ, ਗੌਰਮੈਂਟ ਜੌਬ 'ਤੇ ਹੈ ਫੈਮਿਲੀ ਸਾਰੀ। ਪਰ ਇੱਥੇ ਆ ਕੇ ਵੀ ਸਾਰੀਆਂ ਉਮੀਦਾਂ ਖਤਮ ਹੁੰਦੀਆਂ ਹੀ ਨਜ਼ਰ ਆਈਆਂ। ਪਰ ਜਿੰਨੀਆਂ ਉਮੀਦਾਂ ਸੀ, ਜਿੰਨਾ ਮੈਂ ਖਰਾ ਉਤਰੀ ਇਹਨਾਂ ਦੀਆਂ ਉਮੀਦਾਂ 'ਤੇ। ਅੱਜ ਏਰੀਆ ਦੇ ਵਿੱਚ ਮੈਨੂੰ ਲੋਕ ਜਾਣਦੇ ਆ ਮੇਰੀ ਇਮਾਨਦਾਰੀ ਕਰਕੇ। ਮੈਂ DAV ਸਕੂਲ ਦੇ ਵਿੱਚ 12 ਸਾਲ ਲਗਾਏ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੈਡਮ, ਜਿਹੜੇ ਡਾਇਰੈਕਟਰ ਮੈਮ ਹੈ DAV ਦੇ, ਜਿਨ੍ਹਾਂ ਨੇ ਮੇਰੀ ਮਾਪਿਆਂ ਦਾ, ਪੇਕਿਆਂ ਦਾ, ਸਹੁਰਿਆਂ ਦਾ ਹਰ ਇੱਕ ਦੀ ਜਗ੍ਹਾ 'ਤੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮੈਨੂੰ ਮਰੀ ਹੋਈ ਮੀਨਾਕਸ਼ੀ ਨੂੰ ਫੇਰ ਜਿਉਂਦਾ ਕਰ ਲਿਆ। ਉਹਨਾਂ ਦੀ ਬਦੌਲਤ ਹੀ ਅੱਜ ਮੇਰੇ ਬੱਚੇ DAV ਸਕੂਲ ਦੇ ਵਿੱਚ, ਗੁੜੀਆ +2 ਕਰਕੇ ਜਾ ਚੁੱਕੀ ਹੈ ਔਰ ਬੇਟਾ ਮੇਰਾ 11th ਕਰ ਰਿਹਾ ਹੈਗਾ। ਜੇ ਸ਼ਾਇਦ ਉਹਨਾਂ ਦਾ ਹੱਥ ਮੇਰੇ ਸਿਰ 'ਤੇ ਨਾ ਹੁੰਦਾ ਤਾਂ ਸ਼ਾਇਦ ਮੇਰਾ ਕੁਝ ਵੀ ਨਹੀਂ ਸੀ ਬਣਨਾ। ਬਹੁਤ ਹੀ ਧਾਰਮਿਕ ਪ੍ਰਵਰਤੀ ਦੀ ਲੇਡੀ ਹੈ, ਬਹੁਤ ਹੀ ਨਾਈਸ ਹੈ, ਜਿਨ੍ਹਾਂ ਨੇ ਪਰਿਵਾਰ ਤੋਂ ਵੱਧ ਕੇ ਮੇਰਾ ਸਾਥ ਦਿੱਤਾ। ਤੇ ਹੁਣ ਅੱਜ ਦੀ ਗੱਲ ਕਰੀਏ, ਅੱਜ ਬੇਟੀ +2 ਦੇ ਵਿੱਚ ਜਦੋਂ ਕੀ +2 ਕਰ ਲਈ ਜਾਂ +2 ਕਰ ਰਹੇ ਆ ਉਹ? ਹਾਂਜੀ, +2 ਹੋ ਚੁੱਕੀ ਵੀਰ ਜੀ। +2 ਹੋ ਚੁੱਕੀ। ਹੁਣ ਅੱਗੇ ਪੜ੍ਹਾਈ ਬਾਰੇ ਸੋਚਿਓ, ਅੱਗੇ ਕੀ ਸੋਚਿਆ ਹੈਗਾ, ਕੀ ਕਰਨਾ? ਅੱਗੇ ਵੀਰ ਜੀ ਬੇਟੀ IIM ਦੇ ਲਈ ਕਹਿ ਰਹੀ ਹੈ ਵੀ ਮੰਮਾ ਮੈਂ IIM ਕਰਨੀ ਹੈ, ਤੇ CUET ਦਾ ਐਗਜ਼ਾਮ ਦੇ ਰਹੀ ਹੈ ਹਿਊਮੈਨਿਟੀਜ਼ ਦੇ ਅੰਡਰ। ਬਟ ਇੱਥੇ ਕੋਈ ਸਿਸਟਮ ਹਿੱਲਦਾ ਨਜ਼ਰ ਆ ਰਿਹਾ ਵੀ ਮੈਂ ਤਾਂ ਰੂਲੀ ਸੀਗੀ। 12th ਤੋਂ ਬਾਅਦ ਮੇਰੇ ਪਾਪਾ ਨੇ ਮੈਰਿਜ ਕਰਤੀ ਵੀ ਚਲੋ ਫੈਮਿਲੀ ਦੀ ਕੰਡੀਸ਼ਨ ਸਹੀ ਨਹੀਂ ਸੀਗੀ। ਹੁਣ ਜੇ ਮੈਂ ਬੱਚੇ ਦੇ ਨਾਲ ਵੀ ਨਹੀਂ ਖੜ ਪਾਈ ਤਾਂ ਸ਼ਾਇਦ ਮੈਂ ਬਿਲਕੁਲ ਨਾਕਾਮ ਮਦਰ ਹੋਊਂਗੀ। ਸ਼ਾਇਦ ਮੇਰੀ ਜ਼ਿੰਦਗੀ ਬੇਅਰਥੀ ਹੋ ਜੂਗੀ ਜੇ ਮੈਂ ਆਪਣੇ ਬੱਚਿਆਂ ਨੂੰ ਵੀ ਸਪੋਰਟ ਨਾ ਕਰ ਪਾਈ। ਸਪੋਰਟ ਕਰਨ ਬਾਰੇ ਸੋਚ ਲਿਆ ਤੁਸੀਂ, ਪਰ ਦੱਸ ਰਹੇ ਹੋ ਕਹਿੰਦੇ ਵੀ ਫਾਈਨੈਂਸ਼ੀਅਲ ਅੱਜ ਵੀ ਜ਼ਿਆਦਾ ਵਧੀਆ ਨਹੀਂ ਹੈਗੇ, ਫਿਰ ਸਪੋਰਟ ਕਿਵੇਂ ਹੋ, ਕੀ ਸੋਚਿਆ? ਉਹ ਕਹਿੰਦੇ ਹੁੰਦੇ ਆ ਜਦੋਂ ਤੱਕ ਜਾਨ ਹੈ ਮੈਂ ਜ਼ਰੂਰ ਕਰੂੰਗੀ ਵਰਕ। ਜਦ ਤੱਕ ਜਾਨ ਤੇ ਉਹ ਕਹਿੰਦੇ ਹੁੰਦੇ ਆ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਇਨਸਾਨ ਨੂੰ। ਮੈਨੂੰ ਪੂਰਾ ਭਰੋਸਾ ਹੈ ਵੀ ਮੇਰੇ ਪਰਮਾਤਮਾ ਮੇਰੇ ਨਾਲ ਹੈ, ਉਹਨਾਂ ਨੇ ਮੇਰੀ ਮਦਦ ਕਰਨੀ ਹੈ ਔਰ ਮੇਰੇ ਬੱਚਿਆਂ ਨਾਲ ਸ਼ਾਇਦ ਮੇਰੇ ਵਰਗੀ ਨਹੀਂ ਹੋਊਗੀ। ਪਰ ਮੇਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਕਿਉਂਕਿ ਮੈਂ ਜਿੰਨੇ ਕੁ ਜੋਗੀ ਸੀਗੀ, ਬੇਸ਼ੱਕ ਮੈਂ ਬਹੁਤ ਕੁਝ ਨਹੀਂ ਕਰ ਸਕੀ ਪਾਰਟੀ ਦੇ ਲਈ,
ਮੇਰੀ ਜਨਵਰੀ ਲਾਸਟ ਸੀਗੀ ਜਦੋਂ ਮੈਂ ਜੌਬ ਕਰ ਰਹੀ ਸੀ, ਔਰ ਫਿਰ ਮੇਰੀ ਜੌਬ ਚਲੀ ਗਈ। ਮੈਂ ਹਰ ਸਟੇਜ ਦੇ ਉੱਤੇ ਸਪੀਚ ਦਿੱਤੀ, ਹਰ ਵਾਰਡ ਦੇ ਵਿੱਚ, ਹਰ ਪਿੰਡ ਦੇ ਵਿੱਚ, ਹਰ ਜਗ੍ਹਾ ਮੈਂ ਪੰਜਾਬ ਲੈਵਲ ਤੱਕ ਗਈ। ਬੀਜੇਪੀ ਆਫਿਸ ਦੇ ਘਿਰਾਵ ਦੇ ਵਿੱਚ ਮੈਨੂੰ ਫ੍ਰੈਕਚਰ ਵੀ ਆ ਗਿਆ ਸੀਗਾ। ਬਹੁਤ ਵੱਧ ਚੜ੍ਹ ਕੇ ਮੈਂ ਪਾਰਟੀ ਦਾ ਸਾਥ ਦਿੱਤਾ। ਸੋਚਦੇ ਸੀਗੇ ਵੀ ਇੱਥੇ ਕਣਕ ਗੰਦੀ ਨਹੀਂ ਕਰਨ ਆਈ, ਕੁਝ ਕਰਕੇ ਹੀ ਮਰਨਾ ਹੈ, ਕਿਉਂਕਿ ਇਮਾਨਦਾਰ ਪਾਰਟੀ ਹੈ। ਜੇ ਮੇਰਾ ਕੁਝ ਨਹੀਂ ਬਣਿਆ ਤਾਂ ਆਉਣ ਵਾਲੀ ਜਨਰੇਸ਼ਨ ਦਾ ਤਾਂ ਕੁਝ ਬਣੂਗਾ। ਜਿਹੜੇ ਚਿੱਟੇ ਲਾ ਲਾ ਕੇ ਲੋਕ ਗਲਤ ਤਰੀਕੇ ਨਾਲ ਬੱਚੇ, ਨੌਜਵਾਨੀ ਹੈ ਜਿਹੜੀ ਆਪਣੀ ਖਤਮ ਹੁੰਦੀ ਜਾ ਰਹੀ ਹੈ, ਉਹ ਕੁਝ ਤਾਂ ਕਰ ਸਕੂਗੀ। ਬਟ ਹਜੇ ਤੱਕ ਤਾਂ 6 ਮਹੀਨੇ ਹੋ ਗਏ ਆ, ਕੁਝ ਨਹੀਂ ਹੋਇਆ। ਉਮੀਦ ਹੈ ਅੱਗੇ ਮਾਨ ਸਾਹਿਬ ਜਿਵੇਂ ਆਪਣੀ ਕਮਿਟਮੈਂਟ ਦੇ ਅਕੋਰਡਿੰਗ, ਜਿਵੇਂ ਭਗਤ ਸਿੰਘ ਦੇ ਨਿਸ਼ਚੇ ਕਦਮ 'ਤੇ ਉਹ ਚੱਲਦੇ ਆ, ਤੇ ਉਹ ਜ਼ਰੂਰ ਕੁਝ ਨਾ ਕੁਝ ਕਰਨਗੇ। ਮੈਨੂੰ ਉਮੀਦ ਹੈ ਮੇਰੀ ਆਵਾਜ਼ ਵੀ ਉਹ ਜ਼ਰੂਰ ਸੁਣਨਗੇ। ਕਹਿੰਦੇ ਵੀ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਔਰ ਮੇਰੇ ਅੰਦਰ ਹਿੰਮਤ ਬਹੁਤ ਹੈ। ਤੁਸੀਂ ਗੇਮ ਕਰਦੇ ਰਹੇ ਹੋ, ਗੇਮ ਨਾਲ ਰਿਲੇਟਡ ਕੋਈ ਕੋਰਸ ਕੀਤਾ ਫਿਰ ਬੀਜੀ ਤੇ ਕੋਈ ਐਂ ਜੌਬ ਵਗੈਰਾ ਦਾ ਕੁਝ ਹੋ ਗਿਆ? ਹਾਂਜੀ, ਮੈਂ BP ਕੀਤੀ ਹੋਈ ਹੈ, ਬੈਚਲਰ ਐਜੂਕੇਸ਼ਨ ਫਿਜ਼ੀਕਲ। ਤੇ ਬਸ ਇਸ ਤੋਂ ਇਲਾਵਾ ਤਾਂ ਫਿਰ ਹੁਣ ਬੱਚਿਆਂ ਦੀ ਵੀ ਹੈਗੀ ਹੈ ਜੀ ਕਬੀਲਦਾਰੀ। ਬਹੁਤ ਮਨ ਸੀਗਾ ਵੀ ਪੜ੍ਹਨ ਦਾ, ਹੁਣ ਵੀ ਮੇਰਾ ਬਹੁਤ ਮਨ ਹੈ ਵੀ ਮੈਂ ਅੱਗੇ BP ਐਡ ਕਰਾਂ, MP ਐਡ ਕਰਾਂ, MPhil ਕਰਾਂ, PhD ਕਰਾਂ। ਬਟ ਘਰ ਦੇ ਹਾਲਤ ਹੈ ਜਿਹੜੇ ਉਹ ਅਲਾਉਡ ਨਹੀਂ ਕਰਦੇਗੇ। ਫ੍ਰੈਕਚਰ ਦੱਸਦੇ ਸੀ, ਫ੍ਰੈਕਚਰ ਕੀ ਆ ਗਿਆ ਸੀ, ਕਿੱਥੇ ਸੀ, ਕਿਵੇਂ? ਵੀ ਜੀ ਬੀਜੇਪੀ ਆਫਿਸ ਦਾ ਘਿਰਾਵ ਕਰਨ ਦੇ ਲਈ ਗਏ ਸੀਗੇ ਅਸੀਂ ਚੰਡੀਗੜ੍ਹ। ਉਸ ਟਾਈਮ ਰਾਜਵਿੰਦਰ ਕੌਰ ਥਿਆੜਾ, ਅਨਮੋਲ ਗਗਨ ਮਾਨ ਅਤੇ ਮੈਂ, ਅਸੀਂ ਸਾਰੇ ਇਕੱਠੇ ਹੀ ਸੀਗੇ। ਮੈਂ ਉਸ ਟਾਈਮ ਸਟੇਟ ਦੀ ਸਟੇਜ ਸੈਕਟਰੀ ਸੀਗੀ। ਅਤੇ ਉਸ ਟਾਈਮ ਪੁਲਿਸ ਪ੍ਰੋਟੈਸਟ ਦੇ ਵਿੱਚ ਸਾਨੂੰ ਪੁਸ਼ ਵਗੈਰਾ ਕੀਤਾ ਗਿਆ। ਲੜਕੀਆਂ ਨੂੰ ਡੰਡੇ ਵਗੈਰਾ ਉੱਦਾਂ ਹੀ ਗਲੇ 'ਤੇ ਲਗਾ ਕੇ ਸਾਨੂੰ ਧੱਕਾ ਮਾਰਿਆ ਗਿਆ, ਅਤੇ ਉਸ ਟਾਈਮ ਮੈਨੂੰ ਫ੍ਰੈਕਚਰ ਆ ਗਿਆ ਸੀਗਾ। ਅਤੇ ਬਸ ਉਹਨਾਂ ਦੇ ਉੱਤੇ ਵਾਟਰ ਕੈਨਲ ਦੀ ਬੌਛਾਰ ਹੋਈ ਸੀ, ਜਿਹੜੇ ਰਾਜਵਿੰਦਰ ਕੌਰ ਮੈਮ ਸੀਗੇ ਅਤੇ ਅਨਮੋਲ ਗਗਨ ਮੈਮ ਸੀਗੇ। ਅਤੇ ਮੇਰੀ ਫ੍ਰੈਕਚਰ ਹੋ ਗਿਆ ਸੀਗਾ। ਸ਼ਾਇਦ ਮੇਰੇ ਬਾਰੇ ਕਿਸੇ ਨੂੰ ਨਹੀਂ ਪਤਾ, ਔਰ ਸ਼ਾਇਦ ਕਿਸੇ ਨੇ ਜਾਣਨ ਦੀ ਕੋਸ਼ਿਸ਼ ਵੀ नहीं करी, क्योंकि गरीब होना जुर्म है इस ज़माने में। दुनिया लगी है सिर्फ मुझे ही मिटाने में। क्या क्या बर्बाद कर दोगे, कुछ बचा नहीं अब इस गरीब खाने में। तो सब तो वड्डा धब्बा यही है मेरे उपर भी गरीब हो। बिल्कुल जी, हिम्मत, जज्बे, हौसले की तो मेरे 'च कमी नहीं हैगी। बट एक पैसा ही है जिहड़ा दुनिया जिन्हों पूजदी है, वो नहीं हैगा मेरे को इस टाइम। पैसे तो जानी कि मुहताज हूँ एक बार। तो जे अज परिवार की गल करिए, फिर परिवार चलदा किवें आ, किन्ना खर्चा कित्थों करदे हो, कि सर्कल आ पैसे दा? मेरे हसबैंड सिक्योरिटी च लगे हुए है, उन्होंने 7500 रुपया तनख्वाह है। किसी 11:30 बजे तक रात में उन्होंने ड्यूटी होंदी है। तो मैं DAV स्कूल ज्वाइन किया होया है, उत्थों बस टाइम पास हो रहा जी। DAV वाले मैम है ਜਿਹੜੇ मेरे बेटे ਨੂੰ फ्री पढ़ा रहे है। तो जो भी जिन्ना भी जिस तरह वो बच्चों तो फीस लेंदे आ, उस अकॉर्डिंग वो मैनू सैलरी दिंदे आ। इदां ही मेरा घर चल रहा जी। कि सरकार नूं की कहना चाहोगे, की अपील करनी चाहोगे अपनी? मैं सरकार नूं यही अपील करना चाहूँगी जी, जे पार्टी मैनू मौका दिंदी है तो मैं आपदी जान ते भी खेल जूँगी। मैं तनदेही दे नाल पार्टी की सेवा की है, तो मैं हुण भी अगे करती रहूँगी। एटलीस्ट इन्ना क तां मेरे लिए करन भी मेरे बच्चे रोटी तो तां भुखे ना मरन। ਹੁਣ ਜਿੱਦਾਂ ਮੈਂ ਛੁੱਟੀ ਲੈ ਲੈਂਦੀ ਹਾਂ, ਮੈਂ ਕੈਂਪੇਨ ਦੇ ਡਿਊਰਿੰਗ ਵੀ ਛੁੱਟੀਆਂ ਲੈ ਲਈਆਂ। ਸਕੂਲ ਵਾਲਿਆਂ ਨੇ ਮੈਨੂੰ ਸਕੂਲ 'ਚੋਂ ਜਵਾਬ ਦਿੱਤਾ। ਫਿਰ ਮੇਰੇ ਕੋਲੇ 2 ਮੌਕੇ ਆਏ, ਮੇਰੀ ਇੰਟਰਵਿਊ ਸੀ ਸਕੂਲਸ ਦੇ ਵਿੱਚ। ਮੈਨੂੰ ਕਿਹਾ ਗਿਆ ਵੀ ਇਹੋ ਜਿਹੀਆਂ ਨੌਕਰੀਆਂ ਤਾਂ ਤੇਰੇ ਪੈਰਾਂ 'ਚ ਪਈਆਂ ਹੋਣਗੀਆਂ ਮੀਨਾਕਸ਼ੀ, ਤੂੰ ਬਸ ਪਾਰਟੀ ਬੰਨੀ ਧਿਆਨ ਦੇ। ਮੈਂ ਪਾਰਟੀ ਬੰਨੀ ਧਿਆਨ ਦਿੱਤਾ, ਅਤੇ ਮੇਰੀਆਂ ਫਾਈਲਾਂ 'ਤੇ ਮੈਂ ਅੱਜ ਲੋਕਾਂ ਦੇ ਪੈਰਾਂ 'ਚ ਰੁਲਦੀ ਪਈ ਹਾਂ ਵੀ ਇਹੋ ਜਿਹੀ ਮੈਨੂੰ ਅਪਰਚੁਨਿਟੀਜ਼ ਮਿਲੀਆਂ, ਇਹੋ ਜਿਹੇ ਮੈਨੂੰ ਮੌਕੇ ਮਿਲੇ ਆ। ਤਾਂ ਬਿਲਕੁਲ ਦੋਸਤੋ, ਸਟੋਰੀ ਦਿਖਾਉਣ ਦਾ ਮਤਲਬ ਇਹੀ ਸੀਗਾ ਵੀ ਜਿਨ੍ਹਾਂ ਨੇ ਤਨੋਂ ਮਨੋਂ ਤੇ ਧਨੋਂ ਦੇਸ਼ ਲਈ ਮਿਹਨਤਾਂ ਕੀਤੀਆਂ, ਪਾਰਟੀਆਂ ਲਈ ਮਿਹਨਤਾਂ ਕੀਤੀਆਂ, ਅੱਜ ਆਪ ਨੂੰ ਰੁਲਣਾ ਪੈ ਰਿਹਾ। ਜਿਵੇਂ ਇਹਨਾਂ ਨੇ ਦੱਸਿਆ ਵੀ ਦਿਹਾੜੀਆਂ ਵੀ ਕਰਨੀਆਂ ਪਈਆਂ, ਮਜ਼ਦੂਰੀਆਂ ਵੀ ਕਰਨੀਆਂ ਪਈਆਂ, ਅਤੇ ਅੱਜ ਵੀ ਉਸੇ ਤਰ੍ਹਾਂ ਦਾ ਸਟਰਗਲ ਕਰਦੇ ਨਜ਼ਰ ਆ ਰਹੇ ਆ। ਇਹਨਾਂ ਦਾ ਕਹਿਣਾ ਗਾ ਇੱਕ ਵਾਰ ਮੌਕਾ ਜ਼ਰੂਰ ਮਿਲੇ। ਜੇ ਇੱਕ ਵਾਰ ਮੌਕਾ ਮਿਲਦਾ ਤਾਂ ਜਿੱਥੇ ਆਪ ਦੇਸ਼ ਦਾ ਪਹਿਲਾਂ ਨਾਮ ਰੋਸ਼ਨ ਕੀਤਾ ਸੀ, ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਵੀ ਉਸ ਤਰ੍ਹਾਂ ਪਰਪੱਕ ਕਰਨਾ ਅਤੇ ਬੱਚਿਆਂ ਤੋਂ ਵੀ ਗੋਲਡ ਲਿਆ ਕੇ ਦੇਣਗੇ ਜੇ ਇਹਨਾਂ ਨੂੰ ਸਰਕਾਰ ਮੌਕਾ ਦੇਵੇ। ਸਰਕਾਰ ਇੱਕ ਵਾਰ ਇਸ ਨੂੰ ਜ਼ਰੂਰ ਦੇਖੇ, ਇਸ ਦੀ ਗੱਲਬਾਤ ਜ਼ਰੂਰ ਦੇਖੇ, ਇਸ ਵੀਡੀਓ ਨੂੰ ਜ਼ਰੂਰ ਦੇਖੇ, ਤਾਂ ਵੀਡੀਓ ਤੋਂ ਉਹਨਾਂ ਨੂੰ ਪਤਾ ਲੱਗੂ ਇਹਨਾਂ 'ਚ ਕੀ ਕਾਬਲੀਅਤ ਆ। ਇਹ ਖੁਦ ਗੋਲਡ ਮੈਡਲ ਬਾਹਰਲੇ ਦੇਸ਼ਾਂ ਤੋਂ ਦੇਸ਼ ਲਈ ਲੈ ਕੇ ਆ ਸਕਦੇ ਆ, ਪੰਜਾਬ ਲਈ ਲੈ ਕੇ ਆ ਸਕਦੇ ਆ, ਜ਼ਿਲ੍ਹੇ ਲਈ ਲੈ ਕੇ ਆ ਸਕਦੇ ਆ, ਤਾਂ ਬੱਚਿਆਂ ਨੂੰ ਵੀ ਉਹ ਗੋਲਡ ਦਿਵਾ ਸਕਦੇ ਆ।
ਦੋਸਤੋ ਸਟੋਰੀ ਦਿਖਾਉਣ ਦਾ ਮਤਲਬ ਇਹੀ ਸੀ ਵੀ ਮਿਹਨਤ ਕਰਨ ਤੋਂ ਬਾਅਦ ਵੀ ਕੁੜੀਆਂ ਕਿੱਥੇ ਆ। ਚੰਗੀ ਲੱਗੂਗੀ ਤਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ। ਹੁਣ ਦਿਓ ਆ ਗਿਆ, ਅਗਲੀ ਸਟੋਰੀ ਨਾਲ ਫਿਰ ਮਿਲਦੇ ਆ। ਧੰਨਵਾਦ ਦੋਸਤੋ। ਮੈਂ ਵੀ ਕਾਉਂਸਲਰ ਦਾ ਵੀ